Hello students, I am Manisha, your agriculture faculty. Welcome you all on our CBC online platform. Last time पटवारी एग्जाम ਵਿੱਚ 89 स्टूडेंट्स ਚੋਂ guys 72 स्टूडेंट्स ਦੀ ਜੋ ਹੈ ਸਿਲੈਕਸ਼ਨ ਹੋਈ ਹੈ ਜੋ ਇਸ ਟਾਈਮ ਐਜ਼ ਅ ਪਟਵਾਰੀ ਜੌਬ ਵੀ ਕਰ ਰਹੇ ਆ ਸੋ ਅੱਜ ਆਪਾਂ ਐਗਰੀਕਲਚਰ ਦੇ ਕੁਝ ਵਨ ਲਾਈਨਰ ਟਾਈਪ ਕੁਐਸਚਨਸ ਡਿਸਕਸ ਕਰਾਂਗੇ ਜੋ ਕਿ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਰਹਿਣਗੇ ਸੋ ਬਿਫੋਰ ਵੀ ਸਟਾਰਟ ਦਾ ਸੈਸ਼ਨ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਦਾ ਸੈਸ਼ਨ ਕਿੱਦਾਂ ਲੱਗਿਆ ਅਗਰ ਤੁਸੀਂ ਆਨਲਾਈਨ ਸਟੱਡੀ ਮਟੀਰੀਅਲ ਜਾਂ ਮੌਕ ਟੈਸਟ ਸੀਰੀਜ਼ ਚਾਹੁੰਦੇ ਹੋ ਤਾਂ ਸਾਡੀ ਆਫੀਸ਼ੀਅਲ ਵੈਬਸਾਈਟ ਦੈਟ ਇਜ਼ CBC ਐਗਜ਼ਾਮ ਗੁਰੂ ਤੇ ਵਿਜ਼ਿਟ ਕਰੋ ਅਤੇ ਮੈਕਸਿਮਮ ਇਨਫੋਰਮੇਸ਼ਨ ਅਵੇਲ ਕਰੋ Now as you see guys CBC exam guru Android app ਹੈ ਤੁਸੀਂ ਇਹ ਡਾਊਨਲੋਡ ਕਰ ਸਕਦੇ ਹੋ ਐਂਡ ਕੰਟੈਕਟ ਨੰਬਰ ਦਿੱਤਾ ਹੋਇਆ 7814109600 ਤੁਸੀਂ ਕੰਟੈਕਟ ਕਰਕੇ ਪ੍ਰੋਪਰ ਇਨਫੋਰਮੇਸ਼ਨ ਅਵੇਲ ਕਰ ਸਕਦੇ ਹੋ ਨਾਓ ਮੂਵ ਟੂ ਅਵਰ ਸੈਸ਼ਨ our first question is rate of transpiration is determined by ਦੇਖੋ ਰੇਟ ਜੋ ਹੈ ਟਰਾਂਸਪੀਰੇਸ਼ਨ ਦਾ ਕਿਹਦੇ ਨਾਲ ਡਿਟਰਮਾਈਨ ਹੁੰਦਾ ਹੈ ਬਹੁਤ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਇੰਸਟਰੂਮੈਂਟਸ ਹੁੰਦੇ ਆ ਲਾਈਕ ਅਗਰ ਹਾਈਟ ਮੈਜ਼ਰ ਕਰਨੀ ਹੈ ਪਲਾਂਟ ਦੀ ਤਾਂ ਤੁਸੀਂ ਐਲਟੀਮੀਟਰ ਨਾਲ ਯੂਜ਼ ਕਰਦੇ ਹੋ ਠੀਕ ਹੈ ਉਹਦੇ ਨਾਲ ਹਾਈਟ ਮੈਜ਼ਰ ਹੋ ਜਾਂਦੀ ਹੈ ਵਿੰਡ ਹੈ ਉਹਦੀ ਸਪੀਡ ਮੈਜ਼ਰ ਕਰਨੀ ਹੈ ਦੈਟ ਇਜ਼ ਵਿਦ ਦਾ ਹੈਲਪ ਆਫ ਕਪ ਅਨੀਮੋਮੀਟਰ ਲਾਈਕ ਵਿੰਡ ਹੈ ਉਹਦੀ ਡਾਇਰੈਕਸ਼ਨ ਮੈਜ਼ਰ ਕਰਨੀ ਹੈ ਕਿਹੜੀ ਡਾਇਰੈਕਸ਼ਨ 'ਚ ਵਿੰਡ ਜਿਹੜੀ ਹੈ ਹਵਾ ਕਿਹੜੀ ਡਾਇਰੈਕਸ਼ਨ 'ਚ ਚੱਲ ਰਹੀ ਹੈ ਦੈਟ ਇਜ਼ ਵਿੰਡ ਵੇਨ ਇਸ ਤਰੀਕੇ ਨਾਲ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਇੰਸਟਰੂਮੈਂਟਸ ਯੂਜ਼ ਹੁੰਦੇ ਆ ਜੇ ਤੁਸੀਂ ਟਰਾਂਸਪੀਰੇਸ਼ਨ ਦਾ ਰੇਟ ਮੈਜ਼ਰ ਕਰਨਾ ਟਰਾਂਸਪੀਰੇਸ਼ਨ ਕੀ ਹੁੰਦਾ ਕਿ ਲੋਸ ਆਫ ਵਾਟਰ ਫਰੋਮ ਲੋਅਰ ਸਰਫੇਸ ਆਫ ਲੀਫ ਜੋ ਬੂਟੇ ਤੋਂ ਜਿਹੜਾ ਹੈ ਆਪਣਾ ਪਾਣੀ ਦਾ ਲੋਸ ਹੋ ਰਿਹਾ ਉਹ ਹੈ ਟਰਾਂਸਪੀਰੇਸ਼ਨਲ ਲੋਸ ਠੀਕ ਹੈ ਜਿਹੜਾ ਲੋਅਰ ਸਰਫੇਸ ਆਫ ਲੀਫ ਹੁੰਦਾ ਉਹਦੇ 'ਤੇ ਕੁਝ ਸਟੋਮੇਟਲ ਪੋਰਸ ਹੁੰਦੇ ਆ ਉਹਦੇ ਤੋਂ ਜਿਹੜਾ ਆਪਣਾ ਪਾਣੀ ਲੋਸ ਆਊਟ ਹੁੰਦਾ ਦਿਸ ਇਜ਼ ਨੋਨ ਐਜ਼ ਟਰਾਂਸਪੀਰੇਸ਼ਨ ਲੋਸ ਔਰ ਉਹ ਕਿੰਨਾ ਪਾਣੀ ਲੋਸ ਹੋ ਰਿਹਾ ਕਿਸੇ ਪਰਟੀਕੂਲਰ ਕ੍ਰੌਪ ਤੋਂ ਉਹ ਆਪਾਂ ਡਿਟਰਮਾਈਨ ਕਰਦੇ ਹਾਂ ਪੋਟੋਮੀਟਰ ਤੋਂ ਓਕੇ ਦੈਟ ਇਜ਼ ਪੋਟੋਮੀਟਰ ਨਾਓ ਮੂਵ ਟੂ ਨੈਕਸਟ ਕੁਐਸਚਨ the loss of sap water from the injured part of the plant is called like guys ਆਪਣੇ ਕਿਤੇ ਕੋਈ ਚੋਟ ਵਗੈਰਾ ਲੱਗ ਜਾਂਦੀ ਆ ਤਾਂ ਜਿਹੜਾ ਇੰਜਰਡ ਪਾਰਟ ਹੁੰਦਾ ਉੱਥੋਂ ਬਲੀਡਿੰਗ ਸਟਾਰਟ ਹੋ ਜਾਂਦੀ ਹੈ ਠੀਕ ਹੈ ਬਲੱਡ ਆਉਣ ਲੱਗ ਜਾਂਦਾ ਤਾਂ ਉੱਦਾਂ ਹੀ ਪਲਾਂਟ ਹੈ ਅਗਰ ਉਹਦੀ ਇੰਜਰੀ ਹੋ ਗਈ ਠੀਕ ਹੈ ਜਿਵੇਂ ਕੋਈ ਵੱਜ ਗਈ ਬੂਟੇ 'ਤੇ ਜਾਂ ਕੋਈ ਹੋਰ ਇੰਸਟਰੂਮੈਂਟ ਵੱਜ ਗਿਆ ਜਿਹਦੇ ਨਾਲ ਜਿਹੜਾ ਹੈ ਉਹਦਾ ਟਾਹਣੀ ਟੂਣੀ ਬ੍ਰੇਕ ਹੋ ਗਈ ਜਾਂ ਕਿਤੇ ਵੀ ਉਹਦੇ ਇੰਜਰੀ ਹੋ ਗਈ ਠੀਕ ਹੈ ਬੂਟੇ ਦੇ ਉੱਤੇ ਜਾਂ ਪੱਤੇ ਦੇ ਉੱਤੇ ਤਾਂ ਉਹਦੇ 'ਚੋਂ ਕੁਝ ਵਾਈਟ ਕਲਰ ਦਾ ਫਲੂਇਡ ਜਾਂ ਨਿਕਲਣਾ ਸਟਾਰਟ ਹੋ ਜਾਂਦਾ ਦੈਟ ਇਜ਼ ਨੋਨ ਐਜ਼ ਸੈਪ ਉਹ ਸੈਪ ਹੁੰਦਾ ਪਲਾਂਟ ਦਾ ਤਾਂ ਇਸ ਨੂੰ ਕੀ ਕਹਿੰਦੇ ਆ ਸੇਮ ਪ੍ਰੋਸੈਸ ਜਿਹੜਾ ਲੋਸ ਆਫ ਸੈਪ ਹੋ ਰਿਹਾ ਕਿਸੇ ਇੰਜਰਡ ਪਾਰਟ ਪਲਾਂਟ 'ਤੇ ਦਿਸ ਇਜ਼ ਨੋਨ ਐਜ਼ ਬਲੀਡਿੰਗ ਪਲਾਂਟ ਦੇ ਵਿੱਚ ਵੀ ਜਿਹੜਾ ਸੈਪ ਵਾਈਟ ਕਲਰ ਦਾ ਸੈਪ ਨਿਕਲਣਾ ਜਿੱਥੋਂ ਇੰਜਰੀ ਹੋ ਗਈ ਉਹਨੂੰ ਦਿਸ ਇਜ਼ ਨੋਨ ਐਜ਼ ਬਲੀਡਿੰਗ ਓਕੇ ਨਾਓ ਮੂਵ ਟੂ ਨੈਕਸਟ ਕੁਐਸਚਨ ਗਰੋਥ ਰੇਟ ਇਜ਼ ਮੈਜ਼ਰਡ ਬਾਏ ਪਲਾਂਟ ਦਾ ਗਰੋਥ ਕਿੰਨਾ ਹੋ ਰਿਹਾ ਕਿਸ ਰੇਟ 'ਤੇ ਗਰੋਥ ਹੋ ਰਹੀ ਹੈ ਪਹਿਲਾਂ ਕਿੰਨਾ ਵਧਿਆ ਫਿਰ ਕਿੰਨਾ ਵਧਿਆ ਔਰ ਕਿਸ ਰੇਟ 'ਤੇ ਗਰੋਥ ਹੋ ਰਹੀ ਹੈ ਪੂਰੀ ਮੈਜ਼ਰ ਹੁੰਦੀ ਹੈ ਜਾਂ ਤਾਂ ਉਹਨੂੰ ਕਹਿੰਦੇ ਆ ਆਕਜ਼ੈਨੋਮੀਟਰ ਜਾਂ ਫਿਰ ਕਹਾਂਗੇ ਕ੍ਰੈਸਕੋਗ੍ਰਾਫ ਜਾਂ ਆਕਜ਼ੈਨੋਮੀਟਰ ਦੋ ਨਾਮ ਹੈ ਜਿਹੜਾ ਗਰੋਥ ਰੇਟ ਮੈਜ਼ਰ ਕਰਨ ਵਾਸਤੇ ਬੂਟੇ ਦੇ ਗਰੋਥ ਠੀਕ ਹੈ ਬੂਟੇ ਦੀ ਗਰੋਥ ਮੈਜ਼ਰ ਵਾਸਤੇ ਯੂਜ਼ ਹੁੰਦਾ ਆਕਜ਼ੈਨੋਮੀਟਰ ਜਾਂ ਕ੍ਰੈਸਕੋਗ੍ਰਾਫ Now move to next question. Apical bud dominance is caused by which hormone? ਜਿਹੜਾ apical bud dominate ਹੁੰਦਾ ਠੀਕ ਹੈ ਮੰਨ ਲਓ ਜਿਹੜਾ ਐਪੀਕਲ ਬਡ ਡੋਮੀਨੇਟ ਕਿ ਜਿਹੜੇ ਉੱਤੇ ਵਾਲੀਆਂ ਜਿਹੜੀਆਂ ਬਰਡਸ ਹੁੰਦੀਆਂ ਉਹਨੂੰ ਡੋਮੀਨੇਟ ਕਰਾਉਣਾ ਕਿ ਤੁਹਾਡੀ ਜਿਹੜੀ ਵੱਧ ਤੋਂ ਵੱਧ ਜਿਹੜੀ ਬਡਿੰਗ ਹੋਊਗੀ ਤਾਂ ਓਬਵੀਅਸਲੀ ਉਹ ਤੋਂ ਫਲਾਰ ਬਣੂਗਾ ਫਲਾਰ ਤੋਂ ਆਪਣੀ ਫਰੂਟਿੰਗ ਹੋਊਗੀ ਠੀਕ ਹੈ ਐਪੀਕਲ ਬਡ ਜਿਹੜੇ ਹੁੰਦੇ ਆ ਉਹਨੂੰ ਡੋਮੀਨੇਟ ਕਰਾਉਣਾ ਅਤੇ ਜਿਹੜਾ ਰੂਟਸ ਵਗੈਰਾ ਹੈ ਉਹਨਾਂ ਦੀ ਗਰੋਥ ਨੂੰ ਇਨਹਿਬਿਟ ਕਰਨਾ ਸਟੋਪ ਕਰਨਾ ਕਿ ਰੂਟ ਦੀ ਗਰੋਥ ਇਨਹਿਬਿਟ ਹੋ ਜੇ ਅਤੇ ਜਿਹੜੀ ਉੱਤੇ ਬਰਡਸ ਵਾਲੀਆਂ ਗਰੋਥ ਹੈ ਉਹ ਜ਼ਿਆਦਾ ਵੱਧ ਜੇ ਤਾਂ ਇਹ ਕਿਹੜੇ ਪਲਾਂਟ ਗਰੋਥ ਹਾਰਮੋਨ ਦਾ ਕੰਮ ਹੁੰਦਾ ਦੈਟ ਇਜ਼ ਦਾ ਹਾਰਮੋਨ ਆਫ ਆਕਸਿਨ ਠੀਕ ਹੈ ਆਕਸਿਨਸ ਦਾ ਕੀ ਕੰਮ ਹੁੰਦਾ ਇੱਦਾਂ ਦੀ ਇਹ ਗਰੋਥ ਨੂੰ ਸਟਿਮੂਲੇਟ ਕਰਨ ਵਾਸਤੇ ਕੁਝ ਪਲਾਂਟ ਗਰੋਥ ਹਾਰਮੋਨਸ ਯੂਜ਼ ਹੁੰਦੇ ਆ
ਓਕੇ ਦਿਸ ਇਜ਼ ਆਕਸਿਨ। ਆਕਸਿਨ ਕੀ ਕਰਦਾ, ਜਿਹੜੇ ਐਪੀਕਲ ਬਰਡ ਹੁੰਦੀ ਆ ਨਾ, ਉੱਤੇ ਉੱਤੇ ਵਾਲੀਆਂ ਜਿਹੜੇ ਬਰਡਸ ਹੁੰਦੀਆਂ ਉਹਨੂੰ ਡੋਮੀਨੈਂਟ ਕਰਾ ਦਿੰਦਾ, ਕਿ ਉਹਨਾਂ ਦੀ ਜਿਹੜੀ ਗਰੋਥ ਹੈ ਵਧਾ ਦਿੰਦਾ, ਸਟੂਮੂਲੇਟ ਕਰਾ ਦਿੰਦਾ। ਨੈਕਸਟ, ਵਿਚ ਹਾਰਮੋਨ ਇਜ਼ ਰਿਲੇਟਿਡ ਟੂ ਡਰੌਟ ਟੋਲਰੈਂਸ। ਠੀਕ ਹੈ, ਕਿਹੜਾ ਹਾਰਮੋਨ ਹੈ ਰਿਲੇਟਿਡ ਹੈ ਕਿ ਡਰੌਟ ਟੋਲਰੈਂਸ 'ਤੇ, ਕਿ ਬੂਟੇ ਨੂੰ ਡਰੌਟ ਤੋਂ ਟੋਲਰੇਟ ਕਰ ਦਿੰਦਾ। ਠੀਕ ਹੈ, ਡਰੌਟ ਟੋਲਰੈਂਟ ਦਾ ਮਤਲਬ ਹੁੰਦਾ ਕਿ ਕਿਤੇ ਸੋਕਾ ਪੈ ਜੇ ਜਾਂ ਪਾਣੀ ਘੱਟ ਮਿਲਿਆ ਤਾਂ ਉਹਨੂੰ ਉਸ ਲਈ ਜਿਹੜਾ ਹੈ ਟੋਲਰੇਬਲ ਕਪੈਸਿਟੀ, ਬਰਦਾਸ਼ਤ ਕਰਨ ਦੀ ਕਪੈਸਿਟੀ ਉਹਦੀ ਵਧਾ ਦਿੰਦਾ ਬੂਟੇ ਦੀ, ਕਿ ਅਗਰ ਪਾਣੀ ਘੱਟ ਹੈ ਉੱਥੇ ਜਾਂ ਸੋਕਾ ਪਿਆ ਤਾਂ ਉਹ ਆਪਣੇ ਆਪ ਉਹਨੂੰ ਆਪਣਾ ਮੈਨੇਜ ਕਰ ਲੂਗਾ, ਕਿ ਬਿਨਾਂ ਪਾਣੀ ਤੋਂ ਉਹ ਸਰਵਾਈਵ ਕਰਨ ਦੇ ਉਹਦੇ ਚਾਂਸਿਸ ਵੱਧ ਜਾਂਦੇ ਆ। ਤਾਂ ਇੱਦਾਂ ਦਾ ਇੱਕ ਗਰੋਥ ਹਾਰਮੋਨ ਹੈ ਜਿਹੜਾ ਵਧਾ ਦਿੰਦਾ ਇਹ ਚਾਂਸ, ਦੈਟ ਇਜ਼ ABA, ਅਬਸਿਸਿਕ ਐਸਿਡ। ਅਬਸਿਸਿਕ ਐਸਿਡ ABA ਜੋ ਹੈ ਕੀ ਕਰਦਾ, ਬੂਟੇ ਦੇ ਜਿਹੜਾ ਪਲਾਂਟਸ ਆ ਉਹਦੇ ਲੀਫ ਦੇ ਜਿਹੜੇ ਸਟੋਮੇਟਲ ਪੋਰਸ ਆ ਉਹਨਾਂ ਦੀ ਓਪਨਿੰਗ ਕਲੋਜ਼ਿੰਗ ਦਾ ਇਹਦੇ ਹੱਥ 'ਚ ਹੁੰਦਾ। ਠੀਕ ਹੈ, ਤਾਂ ਉਹਨਾਂ ਦੀ ਕਲੋਜ਼ਿੰਗ ਕਰਾ ਦਿੰਦਾ। ਜਿਹੜੀ ਸਟੋਮੇਟਾ ਜੇ ਕਲੋਜ਼ ਕਰਾਤੇ ਤਾਂ ਆਪਾਂ ਨੂੰ ਪਤਾ ਜਿਹੜਾ ਟਰਾਂਸਪੀਰੇਸ਼ਨ, ਲੋਸ ਆਫ ਵਾਟਰ ਹੋਣਾ ਉਹ ਬੰਦ ਹੋ ਜਾਣਾ। ਉਹਨੇ ਬੰਦ ਹੋਣਾ ਤਾਂ ਓਬਵੀਅਸਲੀ ਜਿਹੜਾ ਪਲਾਂਟ ਹੈ ਆਪਣਾ ਡਰੌਟ ਟੋਲਰੈਂਟ ਬਣ ਜੂਗਾ, ਵੀ ਉਹਦਾ ਜਿਹੜਾ ਹੈ ਪਾਣੀ ਘੱਟ ਹੈ ਉਹ ਟੋਲਰੇਟ ਕਰਨ ਲਈ, ਬਰਦਾਸ਼ਤ ਕਰਨ ਲਈ ਕੈਪੇਬਲ ਹੋ ਜਾਏਗਾ। ਠੀਕ ਹੈ, ਦੈਟ ਇਜ਼ ਅਬਸਿਸਿਕ ਐਸਿਡ। ਇੱਦਾਂ ਦਾ ਪਲਾਂਟ ਗਰੋਥ ਹਾਰਮੋਨ ਹੈ ਇਹ। ਨਾਓ ਮੂਵ ਟੂ ਨੈਕਸਟ ਕੁਐਸਚਨ, ਸਟ੍ਰੈਸ ਹਾਰਡਨਿੰਗ ਇਨ ਪਲਾਂਟਸ ਕੈਨ ਬੀ ਐਕਟਿਵ ਬਾਈ ਵਿਚ ਹਾਰਮੋਨ। ਜਿਹੜਾ ਸਟ੍ਰੈਸ ਹਾਰਡਨਿੰਗ ਹੈ ਪਲਾਂਟ ਦੇ ਵਿੱਚ ਕਿਵੇਂ ਮੇਜਰ ਹੁੰਦਾ, ਸਟ੍ਰੈਸ ਹਾਰਡਨਿੰਗ ਸੇਮ ਥਿੰਗ ਹੈ ਕਿ ਵਾਟਰ ਦਾ ਜਿਹੜਾ ਸਟ੍ਰੈਸ ਹੈ ਉਹਦੀ ਜਿਹੜੀ ਆ ਉਹਦੀ ਕੈਪੇਬਿਲਿਟੀ ਇਨਕਰੀਜ਼ ਹੋ ਜਾਂਦੀ ਆ, ਵਾਟਰ ਦੇ ਸਟ੍ਰੈਸ ਨੂੰ ਹਾਰਡਨਡ ਕਰ ਲੈਂਦਾ। ਠੀਕ ਹੈ, ਟੋਲਰੇਟ ਕਰਨ ਦਾ ਕੈਪੈਸਿਟੀ ਜਿਹੜੀ ਹੈ ਕੌਣ ਇਨਕਰੀਜ਼ ਕਰਦਾ, ਸੇਮ, ਦੈਟ ਇਜ਼ ABA, ਅਬਸਿਸਿਕ ਐਸਿਡ। ਓਬਵੀਅਸਲੀ ਅਗਰ ਉਹ ਸਟੋਮੇਟਲ ਪੋਰਸ ਦੀ ਫੰਕਸ਼ਨਿੰਗ ਨੂੰ ਕਲੋਜ਼ ਕਰੂਗਾ, ਠੀਕ ਹੈ, ਤਾਂ ਫਿਰ ਕੀ ਆ ਉਹਦੇ ਨਾਲ ਆਪਣਾ ਬੂਟਾ ਹੈ ਉਹ ਪਾਣੀ ਘੱਟ ਡਿਮਾਂਡ ਕਰੂਗਾ, ਕਿਉਂਕਿ ਟਰਾਂਸਪੀਰੇਸ਼ਨਲ ਲੋਸਿਸ ਘੱਟ ਜਾਣਗੇ, ਤਾਂ ਉਹਦੇ ਨਾਲ ਜਿਹੜਾ ਹੈ ਸਟ੍ਰੈਸ ਹਾਰਡਨਿੰਗ ਇਨ ਪਲਾਂਟਸ ABA ਕ੍ਰੀਏਟ ਕਰਦਾ। ਨਾਓ ਮੂਵ ਟੂ ਨੈਕਸਟ ਕੁਐਸਚਨ, ਫਰੂਟ ਰਾਈਪਨਿੰਗ ਹਾਰਮੋਨ। ਠੀਕ ਹੈ, ਫਰੂਟ ਹੈ ਜਿਹੜਾ ਆਪਣਾ ਪੱਕਦਾ ਹੈ। ਠੀਕ ਹੈ, ਰਾਈਪਨ ਦਾ ਮਤਲਬ ਹੁੰਦਾ ਪੱਕਣਾ, ਤਾਂ ਜਿਹੜਾ ਉਹ ਕਿਰਦਾ ਪੱਕਦਾ ਹੈ ਫਰੂਟ, ਉਹਦੇ ਪਿੱਛੇ ਇੱਕ ਹਾਰਮੋਨ ਰਿਸਪੋਂਸੀਬਲ ਹੁੰਦਾ, ਦੈਟ ਇਜ਼ ਇਥਾਈਲਿਨ। ਠੀਕ ਹੈ, ਇਥਾਈਲਿਨ ਇੱਕ ਹਾਰਮੋਨ ਰਿਸਪੋਂਸੀਬਲ ਹੁੰਦਾ। ਇਹ ਆਪਣੇ ਪਲਾਂਟ ਦੇ ਵਿੱਚ ਆਪਣੇ ਆਪ ਵੀ ਜਨਰੇਟ ਹੁੰਦੇ ਆ, ਕੁਛ ਇਥਾਈਲਿਨਸ ਕੰਪਾਊਂਡ ਆਪਣੇ ਆਪ ਜਨਰੇਟ ਵੀ ਹੁੰਦੇ ਆ। ਵੈਸੇ ਵੀ ਆਪਾਂ ਆਰਟੀਫਿਸ਼ੀਅਲ ਤਰੀਕੇ ਨਾਲ ਵੀ ਇੱਦਾਂ ਦੀ ਜਿਹੜੀ ਹੈ ਇਥਾਈਲਿਨ ਦੇ ਨਾਲ ਫਰੂਟ ਦੀ ਰਾਈਪਨਿੰਗ ਕਰਾ ਸਕਦੇ ਹਾਂ। ਦੈਟ ਇਜ਼ ਇਥਰਲ ਆਉਂਦਾ, ਉਹ ਲਿਕੁਇਡ ਫੋਰਮ ਦੇ ਵਿੱਚ ਆਉਂਦਾ ਹੈ ਬਨਾਨਾ ਵਗੈਰਾ ਦੀ ਰਾਈਪਨਿੰਗ ਕਰਾਉਣ ਵਾਸਤੇ। ਠੀਕ ਹੈ, ਹਰੇ ਜਿਹੜੇ ਹੁੰਦੇ ਆ ਬਨਾਨਾਸ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਦਵਾਈ ਲਾ ਕੇ ਪਕਾਏ ਗਏ ਆ, ਲਾਈਕ ਸਮਥਿੰਗ, ਹੈ ਨਾ, ਤਾਂ ਇਥਰਲ ਦੇ ਨਾਲ ਜਿਹੜਾ ਹੈਗਾ ਉਹਨਾਂ ਦੀ ਰਾਈਪਨਿੰਗ ਕਰਵਾਈ ਜਾਂਦੀ ਹੈ। ਇੱਕ ਇਥੋਫੋਨ ਹੁੰਦਾ, ਉਹ ਗੈਸ਼ੀਅਸ ਫੋਰਮ ਦੇ ਵਿੱਚ ਹੁੰਦਾ। ਠੀਕ ਹੈ, ਉਹ ਵੀਟ, ਰਾਈਸ ਹੋ ਗਿਆ, ਸ਼ੂਗਰ ਕੇਨ, ਉਹਨਾਂ ਚੂਜ਼ ਕੀਤਾ ਜਾਂਦਾ। ਇਥੋਫੋਨ ਗੈਸ਼ੀਅਸ ਫੋਰਮ 'ਚ ਹੁੰਦਾ। ਇਹ ਵੀ ਕੁਐਸਚਨ ਆ ਜਾਂਦਾ, ਜਿਹੜਾ ਇਥਰਲ ਹੁੰਦਾ ਉਹ ਲਿਕੁਇਡ ਫੋਰਮ 'ਚ ਹੁੰਦਾ। ਅਤੇ ਇਹ ਦੋਨੇ ਕਾਹਦੀਆਂ ਫੋਰਮਸ ਹੈ, ਇਥਾਈਲਿਨ ਦੀਆਂ, ਜਿਹੜਾ ਕਿਸੇ ਵੀ ਚੀਜ਼ ਨੂੰ ਹੈ ਕੋਈ ਫਰੂਟ ਆ ਉਹਨੂੰ ਪਕਾਉਣ ਵਾਸਤੇ ਯੂਜ਼ ਹੁੰਦੀਆਂ। Okay guys, now move to next question. Which hormone are the auxin? ਕਿਹੜਾ ਹਾਰਮੋਨ ਇਹਨਾਂ 'ਚੋਂ auxins ਹੈ। ਠੀਕ ਹੈ, auxins ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਐਪੀਕਲ ਬਡ ਆ ਉਹਨੂੰ ਡੋਮੀਨੇਟ ਕਰਾਉਂਦਾ, ਦੈਟ ਇਜ਼ IAA, ਦੈਟ ਇਜ਼ ਇੰਡੋਲ ਐਸੈਟਿਕ ਐਸਿਡ, IBA ਇੰਡੋਲ ਬਟੈਰਿਕ ਐਸਿਡ, NAA ਨੈਪਥਲੀਨ ਐਸਟਿਕ ਐਸਿਡ, 2,4-D ਹੈ, 2,4-T ਹੈ। ਠੀਕ ਹੈ, ਆਹ ਵਾਲੇ ਡਾਈਕੈਂਬਾ ਵਗੈਰਾ ਇਹਦੇ ਅੰਦਰ ਆ ਜਾਂਦੇ ਆ। ਤਾਂ ਇਹਨਾਂ ਦਾ ਅਲੱਗ-ਅਲੱਗ ਫੰਕਸ਼ਨ ਹੁੰਦਾ। ਕਿਸੇ ਦਾ ਫੰਕਸ਼ਨ ਹੁੰਦਾ ਕਿ ਫਰੂਟ ਦੀ ਜਿਹੜਾ ਹੈ ਪ੍ਰੀ ਮੈਚੋਰ ਫਰੂਟ ਡਰੋਪ ਹੋ ਰਿਹਾ, ਜਿਵੇਂ ਕਿੰਨੂ ਦੇ ਵਿੱਚ ਬਹੁਤ ਦੇਖਣਾ ਪੈਂਦਾ ਕਿ ਜਿਹੜਾ ਫਰੂਟ ਹੈ ਹਲੇ ਉਹ ਪ੍ਰੋਪਰ ਮੈਚੋਰ ਨਹੀਂ ਹੋਇਆ, ਪ੍ਰੀ ਮੈਚੋਰ ਹੈ, ਉਹਦੀ ਡਰੋਪਿੰਗ ਹੋਣ ਲੱਗ ਜਾਂਦੀ ਹੈ। ਠੀਕ ਹੈ, ਕਿੰਨੂ ਡਿੱਗਣੇ ਸ਼ੁਰੂ ਹੋ ਜਾਂਦੇ ਆ, ਬਹੁਤ ਜ਼ਿਆਦਾ ਬਾਗਾਂ ਦੇ ਵਿੱਚ ਥੱਲੇ ਕਿੰਨੂ ਡਿੱਗੇ ਪਏ ਹੁੰਦੇ ਆ। ਪ੍ਰੀ ਮੈਚੋਰ ਫਰੂਟ ਜਿਹੜੀ ਹੈ ਡਰੋਪਿੰਗ ਉਹਨੂੰ ਕਹਿੰਦੇ ਆ। ਤਾਂ ਉਹਨੂੰ ਕੰਟਰੋਲ ਕਰਨ ਵਾਸਤੇ ਇਹਨਾਂ ਦਾ ਕੰਮ ਹੁੰਦਾ ਫਰੂਟ ਦੀ ਰਾਈਪਨਿੰਗ ਕਰਾਉਣ ਵਾਸਤੇ, ਫਰੂਟ ਨੂੰ ਥਿਨਰ ਕਰਾਉਣ ਵਾਸਤੇ, ਫਰੂਟ ਸੈਟਿੰਗ ਕਰਾਉਣ ਵਾਸਤੇ, ਜਾਂ ਰੂਟਸ ਫੋਰਮੇਸ਼ਨ ਕਰਾਉਣ ਵਾਸਤੇ। ਠੀਕ ਹੈ, ਇਹਨਾਂ ਦੇ ਅਲੱਗ-ਅਲੱਗ ਜਿਹੜੇ ਫੰਕਸ਼ਨਿੰਗ ਹੁੰਦੇ ਆ ਆਕਸਿਨਸ ਦੇ ਜਿਹੜੇ ਆ, ਦੈਟ ਇਜ਼ IAA, IBA, NAA, 2,4-D, 2,4-5T, MCPA, IPA, TIBA। ओके, कुछ ਜਿਹੜੇ ਹੈ ਹਾਰਮੋਨਸ ਹੈ।
that are auxins. Next, shedding of plant parts due to, ਜਿਹੜੇ ਸ਼ੈਡਿੰਗ ਹੁੰਦੀ ਹੈ, ਠੀਕ ਹੈ, ਪਲਾਂਟ ਪਾਰਟਸ ਹੈ ਉਹਨਾਂ ਦੀ ਸ਼ੈਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਲੀਵਸ ਵਗੈਰਾ ਕਹਿ ਲਓ ਉਹਨਾਂ ਦੀ ਸ਼ੈਡਿੰਗ ਹੈ, ਫਰੂਟਸ ਵਗੈਰਾ ਦੀ ਕਹਿ ਲਓ, ਦੈਟ ਇਜ਼ ਡਿਊ ਟੂ ABA ਹਾਰਮੋਨ, ਠੀਕ ਹੈ। ABA ਕੀ ਐਬਸਿਸਿਕ ਐਸਿਡ ਹਾਰਮੋਨ ਕਰਕੇ ਜਿਹੜੀ ਹੈ ਸ਼ੈਡਿੰਗ ਹੈ, ਡਿੱਗਣੇ ਸ਼ੁਰੂ ਹੋ ਜਾਂਦਾ, ਉਹ ABA ਹਾਰਮੋਨ ਕਰਕੇ ਹੁੰਦਾ। ਨਾਓ ਮੂਵ ਟੂ ਨੈਕਸਟ ਕੁਐਸਚਨ। ਸਾਈਕੋਸੀਲ ਇਜ਼ ਅ ਗਰੋਥ ਰਿਟਾਰਡੈਂਟ। ਜਿਹੜਾ ਸਾਈਕੋਸੀਲ ਹੈ ਇੱਕ ਇੱਦਾਂ ਦਾ ਗਰੋਥ ਰਿਟਾਰਡੈਂਟ ਹੈ, ਠੀਕ ਹੈ। ਸਾਈਕੋਸੀਲ ਗਰੋਥ ਰਿਟਾਰਡੈਂਟ ਦੇ ਵਿੱਚ ਕੰਮ ਹੁੰਦਾ। ਓਕੇ, ਇਹ ਲੋਜਿੰਗ ਰੈਸਿਸਟੈਂਟ ਵਾਲਾ ਹੈਗਾ ਕਿ ਪਲਾਂਟ ਨੂੰ ਜਿਹੜਾ ਹੈ ਲੋਜਿੰਗ ਹੁੰਦੀ ਹੈ, ਠੀਕ ਹੈ। ਲੋਜਿੰਗ ਕੀ ਹੁੰਦਾ ਕਿ ਜਦੋਂ ਆਪਾਂ ਕਹਿੰਦੇ ਹਾਂ ਬੂਟਾ ਵਿਛ ਗਿਆ, ਜਿਹੜੀਆਂ ਕਣਕ ਹੈ ਉਹਦੀਆਂ ਬੱਲੀਆਂ ਵਿਛ ਗਈਆਂ, ਬਹੁਤ ਜ਼ਿਆਦਾ ਹਵਾਵਾਂ ਤੇਜ਼ ਆਈਆਂ, ਆਪਣਾ ਜਿਹੜਾ ਪਲਾਂਟ ਸਾਰੇ ਬੂਟੇ ਵਿਛ ਜਾਂਦੇ ਆ, ਬੱਲੀ ਵਿਛ ਜਾਂਦੀ, ਆਪਾਂ ਕਹਿੰਦੇ ਹਾਂ ਉਹਦੀ ਇਕਨੋਮਿਕ ਪ੍ਰੋਡਕਟ ਦਾ ਆਪਾਂ ਕਹਿੰਦੇ ਹਾਂ ਲੋਸ ਆਫ ਕੁਆਲਿਟੀ ਲੋਸ ਹੋ ਗਈ, ਹੈ ਨਾ। ਤਾਂ ਉਹਦੇ ਤੋਂ ਪ੍ਰੀਵੈਂਟ ਕਰਾਉਣ ਵਾਸਤੇ ਇਹ ਇੱਕ ਤਰ੍ਹਾਂ ਦਾ ਸਾਈਕੋਸਿਲ ਯੂਜ਼ ਹੁੰਦਾ, ਕਲੋਰਮੈਕਵਾਟ ਵੀ ਕਿਹਾ ਜਾਂਦਾ ਇਹਨੂੰ। ਓਕੇ, ਤਾਂ ਇਹ ਜਿਹੜਾ ਹੈ ਸਾਈਕੋਸਿਲ ਉਸ ਪਰਪਸ ਯੂਜ਼ ਹੁੰਦਾ। ਓਬਵੀਅਸਲੀ ਅਗਰ ਕਿਸੇ ਦੀ ਉਹ ਗਰੋਥ ਨੂੰ ਰਿਟਾਰਡ ਕਰਾਊਗਾ ਤਾਂ ਉਹਦੇ ਨਾਲ ਹੀ ਜਿਹੜਾ ਹੈ ਉਹਦਾ ਕਿਤੇ ਨਾ ਕਿਤੇ ਇਨਡਾਇਰੈਕਟ ਇਫੈਕਟ ਹੁੰਦਾ ਕਿ ਉਹ ਪ੍ਰੀਵੈਂਟ ਕਰੂਗਾ ਲੋਜਿੰਗ ਤੋਂ ਵੀ, ਠੀਕ ਹੈ। ਐਜ਼ ਆ ਗਰੋਥ ਰਿਟਾਰਡੈਂਟ ਇਹਨੂੰ ਵਰਤਿਆ ਜਾਂਦਾ ਸਾਈਕੋਸਿਲ ਨੂੰ, ਗਰੋਥ ਨੂੰ ਘਟਾਉਣ ਵਾਸਤੇ, ਕਿ ਇੱਕਦਮ ਇੱਕ ਵਾਰੀ ਬਹੁਤ ਜ਼ਿਆਦਾ ਗਰੋਥ ਹੋ ਰਹੀ ਉਹਨੂੰ ਸਟੋਪ ਕਰਵਾਉਣ ਵਾਸਤੇ। ਦ ਮੋਸਟ ਵਾਈਡਲੀ ਯੂਜ਼ਡ ਆਕਸਿਨ ਹਾਰਮੋਨ ਆਰ, ਠੀਕ ਹੈ। ਹਰਬੀਸਾਈਡ ਜਿਹੜਾ ਯੂਜ਼ ਹੁੰਦਾ, ਦੇਖੋ ਆਪਣਾ ਕੁਐਸਚਨ ਹੈ ਕਿ ਇੱਕ ਇੱਦਾਂ ਦਾ ਆਕਸਿਨ ਹੈ ਜਿਹੜਾ ਐਜ਼ ਆ ਹਰਬੀਸਾਈਡ ਯੂਜ਼ ਹੁੰਦਾ। ਹਰਬੀਸਾਈਡ ਮਤਲਬ ਹੁੰਦਾ ਕਿ ਤੁਸੀਂ ਵੀਡਸ ਨੂੰ ਮਾਰਨ ਵਾਸਤੇ, ਨਦੀਨ ਨੂੰ ਮਾਰਨ ਵਾਸਤੇ ਯੂਜ਼ ਕਰੀਏ ਨੇ। ਵੈਸੇ ਤਾਂ ਉਹ ਪਲਾਂਟ ਗਰੋਥ ਹਾਰਮੋਨ ਵੀ ਯੂਜ਼ ਹੁੰਦਾ, ਉਹ ਨਾਲ ਪਲਾਂਟ ਗਰੋਥ ਹਾਰਮੋਨ ਦੇ ਨਾਲ ਨਾਲ ਉਹ ਐਜ਼ ਆ ਹਰਬੀਸਾਈਡ ਵੀ ਯੂਜ਼ ਹੁੰਦਾ, ਲਾਈਕ ਕਿ ਇਸ ਵੀਡਸ ਵਗੈਰਾ ਨੂੰ ਮਾਰਨ ਵਾਸਤੇ, ਠੀਕ ਹੈ, ਨਦੀਨ ਨੂੰ ਮਾਰਨ ਵਾਸਤੇ। ਤਾਂ ਇੱਦਾਂ ਦਾ ਕਿਹੜਾ ਹੈ, ਦੈਟ ਇਜ਼ 2,4-D। 2,4-D ਨੂੰ ਅਗਰ ਤੁਸੀਂ 20 ppm ਤੋਂ ਘੱਟ ਕੰਸਨਟ੍ਰੇਸ਼ਨ 'ਚ ਯੂਜ਼ ਕਰਦੇ ਆ ਤਾਂ ਉਹ ਕੰਮ ਕਰੂਗਾ ਐਜ਼ ਆ ਫਰੂਟ ਸੈਟਿੰਗ ਹਾਰਮੋਨ, ਠੀਕ ਹੈ। ਫਰੂਟ ਸੈਟ ਵਾਸਤੇ ਐਜ਼ ਆ ਆਕਸਿਨ ਫਰੂਟ ਸੈਟਿੰਗ ਹਾਰਮੋਨ ਐਕਟ ਕਰੂਗਾ। ਅਗਰ ਤੁਸੀਂ 20 ppm ਤੋਂ ਜ਼ਿਆਦਾ ਯੂਜ਼ ਕੰਸਨਟ੍ਰੇਸ਼ਨ 'ਚ ਕਰ ਲਿਆ ਤਾਂ ਐਜ਼ ਆ ਹਰਬੀਸਾਈਡ ਐਕਟ ਕਰੂਗਾ, ਠੀਕ ਹੈ। ਐਜ਼ ਆ ਵੀਡੀਸਾਈਡ ਵੀ ਨਦੀਨ ਨੂੰ ਮਾਰਨ ਵਾਸਤੇ ਜਿਹੜਾ ਵਰਤਿਆ ਜਾਊਗਾ। ਨਦੀਨ ਕੀ ਹੁੰਦੇ ਆ, ਅਨਵਾਂਟਿਡ ਅਨਕਲਟੀਵੇਟਿਡ ਪਲਾਂਟਸ ਕਹੇ ਜਾਂਦੇ ਹੈ, ਜਿਨ੍ਹਾਂ ਨੂੰ ਆਪਾਂ ਇੱਦਾਂ ਹੀ ਗਰੋ ਹੋ ਜਾਂਦੇ, ਆਪਾਂ ਉਹਨੂੰ ਕਲਟੀਵੇਟ ਨਹੀਂ ਕਰਦੇ। ਕੋਈ ਵੀਟ ਹੈ, ਵੀਟ ਦੇ ਵਿੱਚ ਗੁੱਲੀ ਡੰਡਾ ਐਵੇਂ ਹੀ ਗਰੋ ਹੋ ਜਾਂਦਾ, ਠੀਕ ਹੈ, ਦੈਟ ਆਰ ਨਦੀਨ। ਸੋ ਆਵਰ ਆਨਸਰ ਇਜ਼ 2,4-D। ਜਿਬਰਲਿਨਸ ਵਾਜ਼ ਫਸਟ ਡਿਸਕਵਰਡ ਇਨ। ਜਿਬਰਲਿਨਸ ਕੀ ਹੁੰਦਾ ਹੈ, ਇੱਕ ਤਰ੍ਹਾਂ ਦਾ ਗਰੋਥ ਹਾਰਮੋਨ ਹੈ, ਠੀਕ ਹੈ। ਇਹ ਜਿਹੜਾ ਫਰੂਟ ਦਾ ਸਾਈਜ਼ ਇਨਕਰੀਜ਼ ਕਰਦਾ, ਸੈੱਲ ਆ ਉਹਦੀ ਅਲੋਂਗੇਸ਼ਨ ਕਰਦਾ, ਐਜ਼ ਅ ਗਰੋਥ ਕਰਨ ਵਾਸਤੇ ਯੂਜ਼ ਕਰਦਾ, ਠੀਕ ਹੈ। ਕੋਈ ਵੀ ਪਲਾਂਟ ਹੈ ਉਹਦੀ ਗਰੋਥ, ਉਹਦੀ ਗੰਨਾ ਹੈ ਉਹਦੀ ਇੰਟਰਨੋਡਸ ਦੀ ਗਰੋਥ ਇਨਕਰੀਜ਼ ਕਰਨ ਵਾਸਤੇ, ਇੰਨੇ ਵਾਸਤੇ ਯੂਜ਼ ਹੁੰਦਾ। ਡੋਰਮੈਂਸੀ ਬ੍ਰੇਕਰ ਐਜ਼ ਆ ਕੰਮ ਕਰਦਾ ਕਿ ਕੋਈ ਪਲਾਂਟ ਡੋਰਮੈਂਟ ਹੋ ਗਿਆ, ਠੀਕ ਹੈ, ਉਹਦੀ ਜਰਮੀਨੇਸ਼ਨ ਨਹੀਂ ਹੋ ਜਾਂਦੀ ਤਾਂ ਡੋਰਮੈਂਸੀ ਬ੍ਰੇਕ ਕਰ ਦਿੰਦਾ। ਤਾਂ ਇਹ ਜਿਹੜਾ ਹੈ ਜਿਬਰਲਿਨਸ ਹੁੰਦਾ, ਇਹ ਸਭ ਤੋਂ ਪਹਿਲਾਂ ਕਿੱਥੇ ਡਿਸਕਵਰ ਹੋਇਆ ਸੀ, ਇਹ ਡਿਸਕਵਰ ਹੋਇਆ ਸੀ ਜਾਪਾਨ 'ਚ ਡਿਸਕਵਰ ਹੋਇਆ ਸੀ। ਓਕੇ ਗਾਇਸ, ਨਾਓ ਮੂਵ ਟੂ ਨੈਕਸਟ ਕੁਐਸਚਨ। ਦ ਹਾਰਮੋਨਸ ਆਲਸੋ ਨੋਨ ਐਜ਼, ਹਾਰਮੋਨਸ ਨੂੰ ਹੋਰ ਕੀ ਕਿਹਾ ਜਾਂਦਾ, ਉਹਨੂੰ ਕਿਹਾ ਜਾਂਦਾ ਫੋਟੋ ਹਾਰਮੋਨਸ, ਗਰੋਥ ਹਾਰਮੋਨਸ ਐਂਡ ਗਰੋਥ ਸਬਸਟੈਂਸਿਸ, ਕਿਉਂਕਿ ਉਹ ਗਰੋਥ ਦੇ ਨਾਲ ਰਿਲੇਟਿਡ ਹੈ, ਠੀਕ ਹੈ। ਉਹਨੂੰ ਗਰੋਥ ਸਬਸਟੈਂਸਿਸ ਕਹਿ ਦਿਓ, ਗਰੋਥ ਹਾਰਮੋਨਸ ਕਹਿ ਦਿਓ ਜਾਂ ਫੋਟੋ ਹਾਰਮੋਨਸ ਕਹਿ ਦਿਓ, ਆਲ ਆਰ ਸੇਮ ਥਿੰਗ। ਆਈ ਹੋਪ ਗਾਈਜ਼ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਏਗਾ ਐਂਡ ਪ੍ਰੋਪਰ ਤੁਸੀਂ ਇਹ ਲਾਈਕ ਸ਼ੇਅਰ ਕਰਦੇ ਰਹਿਣਾ। ਓਕੇ, any doubt? Now move to next question. Main auxin is also known as, ਜਿਹੜੇ ਮੇਨ ਆਕਸਿਨਸ ਹੈ ਉਹਨੂੰ ਕੀ ਕਿਹਾ ਜਾਂਦਾ, ਆਪਣਾ ਮੇਨ ਆਕਸਿਨ IA ਹੈ, ਇੰਡੋਲ ਐਸੀਟਿਕ ਐਸਿਡ, ਠੀਕ ਹੈ। ਇਹਨੂੰ ਮੇਨ ਆਕਸਿਨ ਦਾ ਨਾਮ ਦਿੱਤਾ ਜਾਂਦਾ, ਇਹਨੂੰ ਨੈਚੁਰਲ ਆਕਸਿਨ ਵੀ ਕਿਹਾ ਜਾਂਦਾ, ਠੀਕ ਹੈ। IA ਨੂੰ ਬਹੁਤ ਸਾਰੇ ਆਕਸਿਨਸ ਮੈਂ ਤੁਹਾਨੂੰ ਦੱਸੇ ਸੀ, IAA ਹੈ, IBA ਹੈ ਐਂਡ AA ਹੈ, 2,4-D ਹੈ, ਡਾਈਕੈਂਬਾ,
ਇਹ ਸਾਰੇ ਆਕਸੀਜਨਸ ਹੁੰਦੇ ਆ, ਉਹਨਾਂ 'ਚੋਂ ਸਾਰਿਆਂ 'ਚੋਂ ਇੱਕ ਮੇਨ ਆਕਸੀਜਨ ਹੁੰਦਾ ਜਿਹਨੂੰ ਨੈਚੁਰਲ ਆਕਸੀਜਨ ਵੀ ਕਿਹਾ ਜਾਂਦਾ, ਦੈਟ ਇਜ਼ IAA, ਦੈਟ ਇਜ਼ ਇੰਡੋਲ ਐਸੀਟਿਕ ਐਸਿਡ। ਓਕੇ ਗਾਈਜ਼, ਦੇਖੋ ਗਾਈਜ਼ ਤੁਸੀਂ ਅਗਰ ਹੋਰ ਵੀ ਜਿਹੜਾ ਹੈ ਅੱਛੇ ਤਰੀਕੇ ਨਾਲ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਆਪਣਾ ਪੇਡ ਕੋਰਸ ਹੈ ਕ੍ਰੈਸ਼ ਕੋਰਸ ਉਹ ਅਵੇਲ ਕਰ ਸਕਦੇ ਹੋ। CBSE ਐਗਜ਼ਾਮ ਗੁਰੂ ਸਾਈਟ 'ਤੇ ਵਿਜ਼ਿਟ ਕਰੋ ਐਂਡ ਮੈਕਸਿਮਮ ਇਨਫੋਰਮੇਸ਼ਨ ਲਓ। ਓਕੇ, ਐਨੀ ਡਾਊਟ? ਨਾਓ ਮੂਵ ਟੂ ਨੈਕਸਟ ਕੁਐਸਚਨ। ਰੂਟ ਪ੍ਰਮੋਟਿੰਗ ਹਾਰਮੋਨ ਇਜ਼, ਰੂਟ ਪ੍ਰਮੋਟਿੰਗ ਹਾਰਮੋਨ ਕਿਹੜਾ ਹੈ ਜਿਹੜਾ ਜ਼ਿਆਦਾ ਉਹਦੀਆਂ ਰੂਟਸ ਬਣਾਉਣ ਦੇ ਵਿੱਚ ਹੈਲਪ ਕਰਦਾ, ਠੀਕ ਹੈ। ਉਹਦੀਆਂ ਰੂਟਸ ਜਿਹੜੇ ਹੈ ਥੱਲੇ ਤੱਕ ਜਾਣਗੀਆਂ, ਜਿੰਨਾ ਦੂਰ ਤੱਕ ਰੂਟਸ ਜਾਣਗੀਆਂ ਉਹਨਾਂ ਉੱਥੋਂ ਆਪਾਂ ਕਹਿ ਸਕਦੇ ਹਾਂ ਨਿਊਟਰੈਂਟਸ ਅਤੇ ਪਾਣੀ ਜਿਹੜਾ ਹੈ ਜ਼ਿਆਦਾ ਅਬਜ਼ੋਰਬ ਕਰ ਸਕਦੀਆਂ। ਰੂਟ ਦੀ ਗਰੋਥ ਨੂੰ ਜਿਹੜਾ ਹੈ ਅਫੈਕਟ ਕਰਦਾ, ਦੈਟ ਇਜ਼ IBA, ਇੰਡੋਲ ਬਟੈਰਿਕ ਐਸਿਡ, IBA। Okay guys, now move to next question. Synthesis of IAA in plant requires, ठीक है। ਤੁਸੀਂ ਸਿੰਥਸਿਸ ਕਰਾਉਣਾ IAA ਪਲਾਂਟ ਦੇ ਅੰਦਰ ਆਪਣੇ ਆਪ ਜਿਹੜਾ ਗਰੋਥ ਹਾਰਮੋਨਸ ਬਣਦੇ ਵੀ ਹੈ, ਠੀਕ ਹੈ, ਆਪਣੇ ਆਪ ਜਨਰੇਟ ਹੁੰਦੇ ਆ। ਉਹਦੀ ਸਿੰਥਸਿਸ ਕਰਾਉਣ ਵਾਸਤੇ ਪਲਾਂਟ ਦੇ ਵਿੱਚ ਤੁਹਾਨੂੰ ਕੀ ਦੇਣਾ ਪਊਗਾ, ਜ਼ਿੰਕ, ਠੀਕ ਹੈ। ਜ਼ਿੰਕ ਦੀ ਮਾਤਰਾ ਤੁਹਾਨੂੰ ਦੇਣੀ ਪਊਗੀ ਜਿਹਦੇ ਨਾਲ ਬੂਟਾ ਆਪਦਾ ਜਿਹੜਾ IAA ਇੰਡੋਲ ਐਸੀਟਿਕ ਐਸਿਡ ਆਪਣੇ ਆਪ ਸਿੰਥੇਸਾਈਜ਼ ਪੈਦਾ ਕਰ ਸਕੇ। Okay, now move to next question. The resistance of host to the particular race of pathogen is known as vertical resistance. Resistance ਹੁੰਦਾ ਕਿਸੇ ਚੀਜ਼ ਨੂੰ ਉਹਦੀ ਬਰਦਾਸ਼ਤ ਕਪੈਸਿਟੀ, ਟੋਲਰੈਂਸ ਕਪੈਸਿਟੀ ਕਹਿ ਸਕਦੇ ਹਾਂ, ਠੀਕ ਹੈ। ਉਹ ਜਿਹੜਾ ਹੈ ਕੋਈ ਇਨਸੈਕਟ ਪੈਸਟ ਆਇਆ, ਉਹਦੀ ਇੰਨੀ ਟੋਲਰੈਂਸ ਕੈਪੈਸਿਟੀ ਹੈ ਕਿ ਉਹ ਉਹਨੂੰ ਜਿਹੜਾ ਹੈ ਰਜਿਸਟ ਕਰ ਦੂਗਾ, ਰਿਜੈਕਟ ਕਰ ਦੂਗਾ। ਉਹਦਾ ਕੋਈ ਵੀ ਜਿਹੜਾ ਕੀੜੇ ਮਕੌੜੇ ਦਾ ਉਸ ਕਰੋਪ ਦੇ ਉੱਤੇ ਇਫੈਕਟ ਨਹੀਂ ਹੋਊਗਾ, ਠੀਕ ਹੈ। ਜੇ ਕੋਈ ਆਪਣਾ ਪਲਾਂਟ ਹੈ ਉਹ ਰਜਿਸਟੈਂਸ ਕਰੀ ਜਾਂਦਾ, ਟੋਲਰੇਟ ਕਰੀ ਜਾਂਦਾ ਕਿਸੇ ਪਰਟੀਕੂਲਰ ਟਾਈਪ ਦੇ, ਪਰਟੀਕੂਲਰ ਰੇਸ ਦੇ ਪੈਥੋਜਨ, ਮੈਂ ਕਹਿੰਦੀ ਕਿਸੇ ਇੱਕ ਫੈਮਿਲੀ ਦੇ ਪੈਥੋਜਨਸ ਨੂੰ ਹੀ ਰਜਿਸਟ ਕਰੀ ਜਾਂਦਾ, ਠੀਕ ਹੈ। ਉਹਨੂੰ ਹੀ ਬਰਦਾਸ਼ਤ ਟੋਲਰੇਟ ਕਰੀ ਜਾਂਦਾ, ਉਹਦੇ 'ਚ ਇੰਨੀ ਕੈਪੈਸਿਟੀ ਕਿ ਉਹ ਵਾਲਾ ਇਨਸੈਕਟ ਪੈਸਟ ਦਾ ਉਹਦੇ ਉੱਤੇ ਕੋਈ ਇਫੈਕਟ ਨਹੀਂ ਹੋਣਾ, ਤਾਂ ਦੈਟ ਇਜ਼ ਨੋਨ ਐਜ਼ ਵਰਟੀਕਲ ਰਜਿਸਟੈਂਸ, ਠੀਕ ਹੈ। ਕਿਸੇ ਪਰਟੀਕੂਲਰ ਤਰੀਕੇ ਦੇ ਜਿਹੜਾ ਹੈ ਇਨਸੈਕਟ ਪੈਸਟ ਰਜਿਸਟ ਕਰੀ ਜਾਂਦਾ ਕਿਸੇ ਪਰਟੀਕੂਲਰ ਫੈਮਿਲੀ ਦੇ, ਤਾਂ ਦੈਟ ਇਜ਼ ਨੋਨ ਐਜ਼ ਵਰਟੀਕਲ ਰਜਿਸਟੈਂਸ ਆਫ ਪਲਾਂਟ। ਓਕੇ ਗਾਈਜ਼, ਨਾਓ ਮੂਵ ਟੂ ਨੈਕਸਟ ਕੁਐਸਚਨ। ਅਗਰ ਜਿਹੜੀ ਰਜਿਸਟੈਂਸ ਹੈ ਕਿਸੇ ਬੂਟੇ ਦੀ, ਠੀਕ ਹੈ, ਸਾਰੇ ਰੇਸਿਸ ਆਫ ਦਾ ਪੈਥੋਜਨ, ਸਾਰੀ ਤਰ੍ਹਾਂ ਦੀ ਫੈਮਲੀਜ਼ ਉਹਦੀ ਹੈ ਉਸ ਪੈਥੋਜਨ ਦੀਆਂ, ਸਾਰੇ ਰੇਸਿਸ ਆਫ ਦਾ ਪੈਥੋਜਨ ਨੂੰ ਹੈ, ਤਾਂ ਦੈਟ ਇਜ਼ ਨੋਨ ਐਜ਼ ਹੌਰੀਜ਼ੋਂਟਲ ਰਜਿਸਟੈਂਸ, ਠੀਕ ਹੈ। ਕਿਸੇ ਪਰਟੀਕੂਲਰ ਰੇਸ ਨੂੰ ਹੈ ਰਜਿਸਟੈਂਸ ਟੋਲਰੇਟ ਕਰੀ ਜਾਂਦਾ ਤਾਂ ਦੈਟ ਇਜ਼ ਨੋਨ ਐਜ਼ ਵਰਟੀਕਲ। ਅਗਰ ਸਾਰੇ ਤਰ੍ਹਾਂ ਦੀ ਰੇਸਿਸ ਨੂੰ ਉਹ ਰਜਿਸਟ ਕਰੀ ਜਾਂਦਾ ਦੈਟ ਇਜ਼ ਨੋਨ ਐਜ਼ ਹੌਰੀਜ਼ੋਂਟਲ ਰਜਿਸਟੈਂਸ। Now move to next question. National Bureau of Plant Genetic Resources is situated at, ਉਹ ਕਿੱਥੇ ਹੈ, ਨਿਊ ਦਿੱਲੀ ਹੈ, ਠੀਕ ਹੈ। ਬਹੁਤ ਸਾਰੇ ਬਿਊਰੇਜ਼ ਹੁੰਦੇ ਅਲੱਗ ਅਲੱਗ ਤਰ੍ਹਾਂ ਦੇ ਇੰਪੋਰਟ ਐਕਸਪੋਰਟ ਜਾਂ ਫਿਰ ਜਿਹੜਾ ਹੈ ਪਲਾਂਟ ਜੈਨੇਟਿਕ ਰਿਸੋਰਸਿਸ ਦਾ ਹੈ। National Bureau of Plant Genetics Resources is known as situated at New Delhi. New Delhi. ਓਕੇ ਗਾਈਜ਼, ਆਈ ਹੋਪ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਏਗਾ। ਯੂ ਆਲ ਗਾਈਜ਼ ਗੋਟ ਇਟ ਵੈਰੀ ਵੈਲ? ਓ ਯੈਸ। ਫਾਲਾ ਬਲਾਈਟਡ ਸ਼ੂਗਰ ਕੇਨ ਇਜ਼ ਕੋਜ਼ਡ ਡਿਊ ਟੂ, ਦੇਖੋ ਹੁਣ ਆਪਾਂ ਕੁਛ ਡਿਸੀਜ਼ਿਜ਼ ਦੀ ਗੱਲ ਕਰਦੇ ਹਾਂ, ਠੀਕ ਹੈ। ਕਿਸੇ ਬੂਟੇ ਦੇ ਵਿੱਚ ਕੋਈ ਡਿਸੀਜ਼ ਹੁੰਦੀ ਹੈ, ਦੇਖੋ ਡਿਸੀਜ਼ ਜਿਹੜੀ ਹੈ ਉਹਦਾ ਕਾਰਨ ਕੋਈ ਹੋ ਸਕਦਾ, ਉਹਦਾ ਕਾਰਨ ਫਸਟਲੀ ਹੋ ਸਕਦਾ ਕੋਈ ਇਨਸੈਕਟ ਪੈਸਟ ਹੋ ਸਕਦਾ, ਠੀਕ ਹੈ। ਕੋਈ ਕੀੜਾ ਮਕੌੜਾ ਪੈ ਗਿਆ ਉਹਦੇ ਕਰਕੇ ਹੋ ਸਕਦਾ ਇਨਸੈਕਟ ਪੈਸਟ, ਜਾਂ ਕਹਿ ਸਕਦੇ ਹਾਂ ਇੱਕ ਕਾਰਨ ਹੁੰਦਾ ਤਾਂ ਬੈਕਟੀਰੀਅਲ, ਕੋਈ ਬੈਕਟੀਰੀਅਲ ਇਨਫੈਕਸ਼ਨ ਹੈ, ਕੋਈ ਫੰਗਲ ਇਨਫੈਕਸ਼ਨ ਕਰਕੇ ਹੋ ਰਹੀ ਹੈ, ਕੋਈ ਵਾਇਰਲ, ਠੀਕ ਹੈ, ਵਾਇਰਸ ਕਰਕੇ ਕੋਈ ਡਿਸੀਜ਼ ਹੋ ਰਹੀ ਹੈ, ਜਾਂ ਕੋਈ ਨਿਮਾਟੋਡਲ ਡਿਸੀਜ਼ ਹੈ, ਨਿਮਾਟੋਡਸ ਕਰਕੇ ਹੋ ਰਹੀ ਹੈ, ਠੀਕ ਹੈ, ਮਾਈਕੋਪਲਾਜ਼ਮਾ ਕਰਕੇ ਹੋ ਰਹੀ ਹੈ, ਜਾਂ ਫਿਰ ਇੱਕ ਹੋਰ ਹੁੰਦਾ ਦੈਟ ਇਜ਼ ਨੋਨ ਐਜ਼ ਫਿਜ਼ੋਲੋਜੀਕਲ ਡਿਸਆਰਡਰ, ਠੀਕ ਹੈ। ਫਿਜ਼ੋਲੋਜੀਕਲ ਡਿਸਆਰਡਰ ਕਾਹਦੇ ਵਾਸਤੇ ਹੁੰਦਾ, ਉਹਦੇ ਅੰਦਰ ਉਹ ਵਾਲੇ ਆਉਂਦੇ ਆ ਕਿ ਜਿਹੜੇ ਕਿਸੇ ਨਿਊਟਰੀਐਂਟ ਦੀ ਕਮੀ ਕਰਕੇ
ਕਿਸੇ ਬੂਟੇ ਨੂੰ ਬਿਮਾਰੀ ਪੈਂਦੀ ਹੈ। ਠੀਕ ਹੈ, ਨਿਊਟ੍ਰੀਐਂਟ ਡੈਫੀਸ਼ੀਐਂਸੀ ਕਹਿ ਸਕਦੇ ਹਾਂ, ਉਹਦੇ ਕਰਕੇ ਕੋਈ ਬੂਟੇ 'ਚ ਕਿਸੇ ਚੀਜ਼ ਦੀ ਘਾਟ ਹੋ ਗਈ, ਉਹਦੇ ਕਰਕੇ ਆਪਾਂ ਜਿਹੜਾ ਹੈ ਬਿਮਾਰੀ ਪੈਂਦੀ ਹੈ। ਦਿਸ ਇਜ਼ ਨੋਨ ਐਜ਼ ਨਿਊਟ੍ਰੀਐਂਟ ਡੈਫੀਸ਼ੀਐਂਸੀ। ਐਂਡ ਇਸ ਤਰ੍ਹਾਂ ਦੀ ਡਿਸੀਜ਼ਸ ਨੂੰ ਆਪਾਂ ਕਹਾਂਗੇ ਫਿਜ਼ੀਓਲੋਜੀਕਲ ਡਿਸਆਰਡਰਸ। ਓਕੇ, ਫਸਟ ਆਪਾਂ ਗੱਲ ਕਰਦੇ ਹਾਂ, ਗੰਨਾ ਹੈ, ਗੰਨੇ ਦੇ ਵਿੱਚ ਇੱਕ ਪ੍ਰੋਬਲਮ ਆਉਂਦੀ ਹੈ, ਦੈਟ ਇਜ਼ ਫਾਲਾ ਬਲਾਈਟਡ ਆਫ ਸ਼ੂਗਰ ਕੇਨ। ਠੀਕ ਹੈ, ਫਾਲਾ ਬਲਾਈਟਡ ਸ਼ੂਗਰ ਕੇਨ ਦੇ ਵਿੱਚ ਹੁੰਦੀ ਹੈ, ਔਰ ਕਾਹਦੇ ਕਰਕੇ ਹੁੰਦੀ ਹੈ ਉਹ, ਮੈਂਗਨੀਜ਼ ਕਰਕੇ। ਮੈਂਗਨੀਜ਼ ਦੀ ਘਾਟ ਬੂਟੇ ਨੂੰ ਹੋ ਜਾਂਦੀ ਹੈ। ਦੇਖੋ ਮੈਂਗਨੀਜ਼ ਇੱਕ ਅਸੈਂਸ਼ੀਅਲ ਨਿਊਟ੍ਰੀਐਂਟ ਹੈ। ਅਸੈਂਸ਼ੀਅਲ ਨਿਊਟ੍ਰੀਐਂਟ ਕਾਹਦਾ ਹੈ, ਦੇਖੋ ਇਹਦੇ 'ਚ ਕੀ ਹੁੰਦਾ, ਜਿਹੜਾ ਹੈ ਮੈਂਗਨੀਜ਼ ਆਪਾਂ ਕਹਿ ਰਹੇ ਸੀ ਕਿ ਅਸੈਂਸ਼ੀਅਲ ਨਿਊਟ੍ਰੀਐਂਟ ਹੈ। ਅਸੈਂਸ਼ੀਅਲ ਨਿਊਟ੍ਰੀਐਂਟ ਉਹ ਨਿਊਟ੍ਰੀਐਂਟਸ ਹੁੰਦੇ ਆ ਕਿ ਜਿਹੜੇ ਬੂਟੇ ਨੂੰ ਬਹੁਤ ਜ਼ਰੂਰੀ ਹੈ। ਠੀਕ ਹੈ, ਉਹਨੂੰ ਉਸ ਜਿਹੜੇ ਨਿਊਟ੍ਰੀਐਂਟਸ ਆਪਦਾ ਲਾਈਫ ਸਾਈਕਲ ਕੰਪਲੀਟ ਕਰਨ ਲਈ ਚਾਹੀਦੇ ਹੀ ਚਾਹੀਦੇ ਆ। ਕੁਛ ਹੁੰਦੇ ਆ ਮੈਕਰੋ, ਕੁਛ ਹੁੰਦੇ ਆ ਮਾਈਕਰੋ। ਮੈਕਰੋ ਹੁੰਦਾ ਬਹੁਤ ਜ਼ਿਆਦਾ ਕੁਆਂਟਿਟੀ 'ਚ ਚਾਹੀਦੇ ਆ, ਕਈ ਹੁੰਦੇ ਆ ਮਾਈਕਰੋ ਜਿਹੜੀ ਘੱਟ ਕੁਆਂਟਿਟੀ ਚਾਹੀਦੀ ਆ। ਮੈਂ ਲਾਸਟ ਟੂ ਲਾਸਟ ਵੀਡੀਓ ਦੇ ਵਿੱਚ ਮੈਕਰੋ ਮਾਈਕਰੋ ਨੂੰ ਪ੍ਰੋਪਰ ਤਰੀਕੇ ਨਾਲ ਮੈਂਸ਼ਨ ਕੀਤਾ ਸੀ ਕਿ ਕਿਹੜੇ ਮੈਕਰੋ ਹੁੰਦੇ ਆ, ਮਾਈਕਰੋ। ਜਿਨ੍ਹਾਂ ਨੇ ਨਹੀਂ ਦੇਖੇ ਪਲੀਜ਼ ਤੁਸੀਂ ਪਿੱਛੇ ਵਾਲੀਆਂ ਵੀਡੀਓਜ਼ ਦੇਖ ਸਕਦੇ ਹੋ। ਫਸਟ ਵੀਡੀਓ ਤੋਂ ਲੈ ਕੇ ਤੁਸੀਂ ਸਾਰੀਆਂ ਵੀਡੀਓਜ਼ ਗੋ ਥਰੂ ਕਰਨੀ ਗਾਈਸ, ਜੋ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਕੁਐਸਚਨਸ ਰਹਿ ਰਹੇ ਆ। ਓਕੇ, ਸੋ ਜਿਹੜਾ ਆਪਾਂ ਫਾਲਾ ਬਲਾਈਟ ਦੀ ਗੱਲ ਕਰ ਰਹੇ ਸੀ, ਇਹਦੇ 'ਚ ਕੀ ਹੁੰਦਾ, ਸ਼ੂਗਰ ਕੇਨ ਦਾ ਜਿਹੜਾ ਪੱਤਾ ਹੈ ਉਹ ਵਿੱਚੋਂ ਉਹਦੀ ਕਲੋਰੋਸਿਸ ਹੋਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ, ਉਹਦੇ 'ਚ ਜਿਹੜਾ ਗ੍ਰੀਨ ਪਾਰਟ ਹੈ ਉਹ ਖ਼ਤਮ ਹੋਣਾ ਸ਼ੁਰੂ ਹੋ ਜਾਂਦਾ, ਕਲੋਰੋਫਿਲ ਪਾਰਟ ਹੈ ਗ੍ਰੀਨ, ਉਹ ਖ਼ਤਮ ਹੋਣਾ ਸ਼ੁਰੂ ਹੋ ਜਾਂਦਾ। ਲੀਫ ਹੈ ਵਿੱਚੋਂ ਵਾਈਟ ਕਲਰ ਦਾ ਨਿਕਲਣਾ ਸ਼ੁਰੂ ਹੋ ਜਾਂਦਾ। ਇੱਦਾਂ ਦੇ ਸਿੰਪਟਮਸ ਹੁੰਦੇ ਆ ਜਿਹੜਾ ਹੈ, ਔਰ ਉਹਦਾ ਸ਼ੂਗਰ ਕੇਨ ਦਾ ਕਲਰ ਵੀ ਗ੍ਰੀਨ ਨਹੀਂ ਲਾਈਟ ਕਲਰ ਦਾ ਹੋਣਾ ਉਹਦਾ ਸ਼ੁਰੂ ਹੋ ਜਾਂਦਾ। ਤਾਂ ਇੱਦਾਂ ਦੇ ਸਿੰਪਟਮਸ ਇਹਦੇ ਹੁੰਦੇ ਆ, ਕਾਹਦੀ, ਮੈਂਗਨੀਜ਼ ਦੀ ਡੈਫੀਸ਼ੀਐਂਸੀ ਕਰਕੇ ਹੁੰਦੇ ਆ। ਤੁਸੀਂ ਮੈਂਗਨੀਜ਼ ਪਾ ਦੋਗੇ ਔਰ ਜਿਹੜਾ ਹੈ ਸਹੀ ਹੋ ਜਾਣਗੇ। ਦੈਟ ਆਰ ਫਿਜ਼ੀਓਲੋਜੀਕਲ ਡਿਸਆਰਡਰਸ ਹੈ। ਨੈਕਸਟ, ਰੀਕਲੇਮੇਸ਼ਨ। ਰੀਕਲੇਮੇਸ਼ਨ ਡਿਸੀਜ਼ ਹੈ, ਕਾਹਦੇ ਕਰਕੇ ਹੁੰਦੀ ਹੈ ਇਹ, ਵੈਸੇ ਰੀਕਲੇਮੇਸ਼ਨ ਡਿਸੀਜ਼ ਮੇਨਲੀ ਸਿਟਰਸ ਦੇ ਵਿੱਚ ਵੀ ਦੇਖਣ ਨੂੰ ਮਿਲਦੀਆਂ, ਜਿਹੜਾ ਹੈ ਵਾਲੇ ਆਪਣੇ ਕਿੰਨੂ ਵਗੈਰਾ ਇਹਨਾਂ ਦੇ ਵਿੱਚ ਦੇਖਣ ਨੂੰ ਮਿਲਦੀ ਆ, ਜਾਂ ਡਾਈਬੈਕ ਦੀ ਪ੍ਰੋਬਲਮ। ਇਹਦੇ ਨਾਲ ਕੀ ਹੁੰਦਾ ਕਿ ਪਹਿਲਾਂ ਪੱਤੇ ਵਗੈਰਾ ਹੈ ਉਹ ਵਿਲਟ ਹੋਣੇ ਸ਼ੁਰੂ ਹੋ ਜਾਂਦੇ ਆ, ਮੁਰਝਾਣੇ ਸ਼ੁਰੂ ਹੋ ਜਾਂਦੇ ਆ, ਹੌਲੀ ਹੌਲੀ ਜਿਹੜਾ ਉਹਦੇ 'ਤੇ ਬਰਾਊਨ ਸਪੋਟਸ ਆ ਜਾਂਦੇ ਆ, ਫਿਰ ਦੈਨ ਜਿਹੜਾ ਹੈਗਾ ਬੂਟਾ ਮਰਨਾ ਸ਼ੁਰੂ ਹੋ ਜਾਂਦਾ। ਇੱਦਾਂ ਦੇ ਇਹਦੇ ਸਿੰਪਟਮਸ ਆਉਂਦੇ ਆ। ਸਟੈਮ ਦੇ ਉੱਤੇ ਵੀ ਇੱਦਾਂ ਹੀ ਹੁੰਦਾ, ਸਟੈਮ ਜਿਹੜੀ ਹੈ ਸੜਨੀ ਸ਼ੁਰੂ ਹੋ ਜਾਂਦੀ ਹੈ। ਔਰ ਇਹ ਕਾਹਦੇ ਕਰਕੇ ਹੁੰਦਾ, ਮੇਨਲੀ ਇਹ ਕੋਪਰ ਦੀ ਡੈਫੀਸ਼ੀਐਂਸੀ ਕਰਕੇ ਹੁੰਦੇ ਆ। ਜੇ ਬੂਟੇ ਨੂੰ ਕੋਪਰ ਦੀ ਘਾਟ ਹੋ ਗਈ ਤਾਂ ਜਿਹੜਾ ਹੈ ਰੀਕਲੇਮੇਸ਼ਨ ਡਿਸੀਜ਼ ਹੋ ਜਾਣੀ ਹੈ। ਓਕੇ, ਦੈਟ ਇਜ਼ ਰੀਕਲਾਮੇਸ਼ਨ ਡਿਸੀਜ਼ ਆਫ ਮੇਨਲੀ ਸਿਟਰਸ ਕਹਿ ਸਕਦੇ ਹਾਂ, ਜਾਂ ਕਿਸੇ 'ਚ ਵੀ ਕਹਿ ਸਕਦੇ ਹਾਂ। ਤਾਂ ਕਾਹਦੀ ਡੈਫੀਸ਼ੀਐਂਸੀ, ਕੋਪਰ ਦੀ ਡੈਫੀਸ਼ੀਐਂਸੀ ਨਾਲ ਹੁੰਦੀ ਹੈ। ਫਾਲਾ ਬਲਾਈਟ ਹੁੰਦੀ ਹੈ ਸ਼ੂਗਰ ਕੇਨ ਦੀ, ਕਾਹਦੇ ਕਰਕੇ ਹੁੰਦੀ ਹੈ, ਦੈਟ ਇਜ਼ ਡਿਊ ਟੂ ਦਾ ਮੈਂਗਨੀਜ਼। ਰੀਕਲੇਮੇਸ਼ਨ ਡਿਸੀਜ਼ ਕਾਹਦੇ ਕਰਕੇ ਹੁੰਦੀ ਹੈ, ਕੋਪਰ ਕਰਕੇ। ਨਾਓ ਮੂਵ ਟੂ ਨੈਕਸਟ ਕੁਐਸਚਨ, ਲੇਟ ਬਲਾਈਟ ਆਫ ਪੋਟੈਟੋ। ਲੇਟ ਬਲਾਈਟ ਆਫ ਪੋਟੈਟੋ ਕਾਹਦੇ ਕਰਕੇ ਹੁੰਦੀ ਹੈ, ਆਲੂ ਦੇ ਵਿੱਚ ਇਹ ਪ੍ਰੋਬਲਮ ਦੇਖੀ ਜਾਂਦੀ ਹੈ। ਲੇਟ ਬਲਾਈਟ ਆਫ ਪੋਟੈਟੋ ਇਹ ਕਾਹਦੇ ਕਰਕੇ ਹੁੰਦੀ ਹੈ, ਇੱਕ ਫੰਗਲ ਡਿਸੀਜ਼ ਹੈ। ਮੈਂ ਤੁਹਾਨੂੰ ਦੱਸਿਆ ਨਾ ਫੰਗਸ ਕਰਕੇ ਵੀ ਹੋ ਜਾਂਦੀ ਹੈ, ਤਾਂ ਫੰਗੀ ਹੈ, ਦੈਟ ਇਜ਼ ਫਾਈਟੋਫਥੋਰਾ ਇਨਫੈਸਟੈਂਸ। ਫਾਈਟੋਫਥੋਰਾ ਇਨਫੈਸਟੈਂਸ ਕਰਕੇ ਜਿਹੜੀ ਆਪਣੀ ਲੇਟ ਬਲਾਈਟ ਆਫ ਪੋਟੈਟੋ ਦੇ ਵਿੱਚ ਹੋ ਜਾਂਦਾ। ਇਹਦੇ 'ਚ ਕੀ ਹੁੰਦਾ ਕਿ ਆਪਣਾ ਕੋਈ ਲੀਫ ਹੈ, ਠੀਕ ਹੈ, ਤਾਂ ਸਾਈਡ ਤੋਂ ਜਿਹੜਾ ਲੀਫ ਹੈ ਹੌਲੀ ਹੌਲੀ ਬਰਾਊਨ ਹੋਣਾ ਸ਼ੁਰੂ ਹੋ ਜਾਂਦਾ ਲੀਫ। ਐਂਡ ਜਿਹੜਾ ਉਹਦਾ ਆਪਣਾ ਟਿਊਬਰ ਹੁੰਦਾ, ਆਪਾਂ ਆਲੂ ਕਹਿ ਸਕਦੇ ਹਾਂ, ਆਲੂ ਦੇ ਅੰਦਰ ਵੀ ਸੁੰਡੀਆਂ ਪੈ ਜਾਂਦੀਆਂ, ਔਰ ਜਿਹੜਾ ਪ੍ਰੋਪਰ ਆਲੂ ਅੰਦਰੋਂ ਵੀ ਬਰਾਊਨ ਕਲਰ ਦਾ ਹੋ ਜਾਂਦਾ। ਠੀਕ ਹੈ, ਖ਼ਰਾਬ ਹੋ ਜਾਂਦਾ, ਬਿਲਕੁਲ ਸਪੋਇਲੇਜ ਹੋ ਜਾਂਦੀ ਹੈ। ਤਾਂ ਇੱਦਾਂ ਦੀ ਇੱਕ ਪ੍ਰੋਬਲਮ ਹੁੰਦੀ ਹੈ ਲੇਟ ਬਲਾਈਟ ਆਫ ਪੋਟੈਟੋ ਦੇ ਵਿੱਚ। ਦਿਸ ਇਜ਼ ਡਿਊ ਟੂ ਦਾ ਫਾਈਟੋਫਥੋਰਾ ਇਨਫੈਸਟੈਂਸ। ਨੈਕਸਟ, ਬੰਚੀ ਟੋਪ ਆਫ ਬਨਾਨਾ। ਜਿਹੜਾ ਬੰਚੀ ਟੋਪ ਆਫ ਬਨਾਨਾ ਹੈ ਉਹ ਕਾਹਦੇ ਕਰਕੇ ਹੁੰਦਾ, ਬਨਾਨਾ ਦੇ ਵਿੱਚ ਹੀ ਹੁੰਦਾ ਇਹ ਬੰਚੀ ਟੋਪ। ਠੀਕ ਹੈ, ਤਾਂ ਇਹਦੇ ਵਿੱਚ ਵੀ ਜਿਹੜਾ ਹੈ ਇੱਕ ਤਰ੍ਹਾਂ ਦਾ ਬਰੂਮ ਟਾਈਪ ਦਾ ਬਣ ਜਾਂਦਾ। ਐਂਡ ਤੁਸੀਂ ਕਈ ਵਾਰ ਦੇਖਿਆ ਹੋਊਗਾ ਕਿ ਬਨਾਨਾ ਦੇ ਜਿਹੜੇ ਪੱਤੇ ਹੁੰਦੇ ਆ ਉਹ ਬਿਲਕੁਲ ਸੜੇ ਪਏ ਹੁੰਦੇ ਆ, ਬਰਾਊਨ ਹੋਏ ਹੁੰਦੇ ਆ। ਠੀਕ ਹੈ, ਥੱਲੇ ਵਾਲੇ ਮੇਨਲੀ ਪੱਤੇ ਝੜੇ ਪਏ ਹੁੰਦੇ ਆ ਜਾਂ ਭੂਰੇ ਹੋਏ ਹੁੰਦੇ ਆ। ਠੀਕ ਹੈ, ਇੱਦਾਂ ਦੀ ਪ੍ਰੋਬਲਮ ਇੱਕ ਵਾਇਰਸ ਕਰਕੇ ਹੁੰਦੀ ਹੈ, ਦੈਟ ਇਜ਼ ਬੰਚੀ ਟੋਪ ਆਫ ਬਨਾਨਾ। ਇਹਨੂੰ ਜਿਹੜਾ ਹੈ ਬੰਚੀ ਟੋਪ ਆਫ ਬਨਾਨਾ, ਕਿਉਂਕਿ ਵਾਇਰਲ ਕੋਈ ਵੀ ਡਿਸੀਜ਼ ਹੋਊਗੀ
ਤਾਂ ਉਹਦਾ ਇੱਕ ਟਰਾਂਸਮਿਟਿੰਗ ਏਜੰਟ ਹੋਏਗਾ, ਠੀਕ ਹੈ। ਉਹਨੂੰ ਕੋਈ ਟਰਾਂਸਮਿਟ ਉਸ ਬਿਮਾਰੀ ਨੂੰ ਫੈਲਾਉਣ ਵਾਸਤੇ, ਉਸ ਵਾਇਰਸ ਨੂੰ ਫੈਲਾਉਣ ਵਾਸਤੇ ਇੱਕ ਵੈਕਟਰ ਹੋਊਗਾ ਜਿਹਦੇ ਥਰੂ ਜਿਹੜਾ ਹੈ ਬਿਮਾਰੀ, ਉਸ ਵਾਇਰਸ ਫੈਲਦਾ। ਤਾਂ ਉਹਦਾ ਹੁੰਦਾ, ਇਹਦਾ ਮੇਨਲੀ ਐਫਿਡ ਹੁੰਦਾ, ਠੀਕ ਹੈ। ਬੰਚੀ ਟੋਪ ਆਫ ਬਨਾਨਾ ਦਾ ਐਫਿਡ ਫੈਲਾਉਂਦਾ। ਵਾਇਰਲ ਡਿਸੀਜ਼ ਹੈ ਇਹ, ਓਕੇ। ਦਿਸ ਇਜ਼ ਡਿਊ ਟੂ ਦਾ ਵਾਇਰਸ। ਇਹ ਵਾਇਰਸ ਕਰਕੇ ਹੁੰਦੀ ਹੈ। ਮੇਨਲੀ ਇਹੀ ਕੁਐਸਚਨ ਆਊਗਾ, ਕਿਹੜੀ ਡਿਸੀਜ਼ ਵਾਇਰਸ ਕਰਕੇ ਹੁੰਦੀ ਹੈ, ਕਿਹੜੀ ਬੈਕਟੀਰੀਆ ਕਰਕੇ ਹੁੰਦੀ ਹੈ, ਕਿਹੜੀ ਫੰਜਾਈ, ਕਿਹੜਾ ਕਿਸੇ ਨੂੰ ਇਨਸੈਕਟ ਪੈਸਟ ਪੈਂਦਾ। ਇਹ ਜਿਹੜਾ ਹੁੰਦਾ ਸਾਰੇ ਇੱਦਾਂ ਦੇ ਹੁੰਦੇ, ਜਾਂ ਕੋਈ ਫਿਜ਼ੀਓਲੋਜੀਕਲ ਕਿਸੇ ਦੀ ਕਮੀ ਕਰਕੇ ਹੋ ਰਹੀ ਹੈ, ਠੀਕ ਹੈ। ਫਾਲਾ ਬਲਾਈਟ ਕੀਤੀ ਸ਼ੂਗਰ ਕੇਨ ਦੀ, ਉਹ ਕਾਹਦੇ ਕਰਕੇ ਸੀ, ਮੈਂਗਨੀਜ਼। ਹੁਣ ਬੰਚੀ ਟੋਪ ਬਨਾਨਾ ਦੀ ਕੀਤੀ, ਇਹ ਵਾਇਰਲ ਡਿਸੀਜ਼ ਹੈ। ਗੋਟ ਇਟ। ਨੈਕਸਟ, ਗ੍ਰਾਸੀ ਸ਼ੂਟ ਡਿਸੀਜ਼ ਆਫ ਸ਼ੂਗਰ ਕੇਨ। ਹੁਣ ਇਹ ਸ਼ੂਗਰ ਕੇਨ ਦੀ ਪਹਿਲਾਂ ਬੰਚੀ ਟੋਪ ਕੀਤੀ ਹੈ, ਉਹ ਵਾਇਰਲ ਹੈ। ਹੁਣ ਇਹ ਸ਼ੂਗਰ ਕੇਨ ਦੀ ਹੋਰ ਬਿਮਾਰੀ ਹੈ, ਦੈਟ ਇਜ਼ ਗ੍ਰਾਸੀ ਸ਼ੂਟ ਡਿਸੀਜ਼, ਠੀਕ ਹੈ। ਇਹ ਕਾਹਦੇ ਕਰਕੇ ਹੁੰਦੀ ਹੈ, ਦੈਟ ਇਜ਼ ਡਿਊ ਟੂ ਦਾ ਮਾਈਕੋਪਲਾਜ਼ਮਾ। ਮਾਈਕੋਪਲਾਜ਼ਮਾ ਕਰਕੇ ਇਹ ਡਿਸੀਜ਼ ਹੋਏਗੀ, ਦੈਟ ਇਜ਼ ਗ੍ਰਾਸੀ ਸ਼ੂਟ ਡਿਸੀਜ਼। ਇਹਦੇ 'ਚ ਕੀ ਹੁੰਦਾ ਕਿ ਬੂਟਾ ਬਰੂਮ ਟਾਈਪ ਬਣ ਜਾਂਦਾ, ਗ੍ਰਾਸੀ ਜਿਹਾ ਬਣ ਜਾਂਦਾ, ਜਿਹੜੇ ਇਹਦੇ ਪੱਤੇ ਹੁੰਦੇ ਉਹ ਪਤਲੇ ਹੋਣੇ ਸ਼ੁਰੂ ਹੋ ਜਾਂਦੇ ਆ, ਇੱਦਾਂ ਦੇ ਇਹਦੇ ਸਿੰਪਟਮ ਆਉਂਦੇ ਆ, ਔਰ ਇਹ ਮਾਈਕੋਪਲਾਜ਼ਮਾ ਦੇ ਕਾਰਨ ਹੁੰਦੀ ਹੈ, ਦੈਟ ਇਜ਼ ਗ੍ਰਾਸੀ ਟੌਪ ਸ਼ੂਟ ਡਿਸੀਜ਼ ਡਿਊ ਟੂ ਮਾਈਕੋਪਲਾਜ਼ਮਾ। ਨੈਕਸਟ, ਕ੍ਰੇਸਕ ਇਨ ਰਾਈਸ। ਕ੍ਰੇਸਕ ਦੀ ਪ੍ਰੋਬਲਮ ਹੁੰਦੀ ਹੈ ਰਾਈਸ ਦੇ ਵਿੱਚ, ਕਾਹਦੇ ਕਰਕੇ ਹੁੰਦੀ ਹੈ, ਇਹ ਬੈਕਟੀਰੀਅਲ ਡਿਸੀਜ਼ ਹੈ। ਕ੍ਰੇਸਕ ਕਿਹੜਾ ਬੈਕਟੀਰੀਆ, ਐਗਜ਼ਾਂਥੋਮੋਨੋਜ਼ ਔਰਾਈਜ਼ਾ। ਐਗਜ਼ਾਂਥੋਮੋਨੋਜ਼ ਔਰਾਈਜ਼ਾ ਇੱਕ ਇੱਦਾਂ ਦੇ ਬੈਕਟੀਰੀਆ ਹੈ ਜੋ ਕਿ ਕ੍ਰੇਸਕ ਡਿਸੀਜ਼ ਰਾਈਸ ਦੇ ਵਿੱਚ ਫੈਲਾਉਂਦਾ ਹੈ, ਠੀਕ ਹੈ। ਇਹ ਵੀ ਜਿਹੜਾ ਰਾਈਸ ਦਾ ਪੱਤਾ ਹੁੰਦਾ ਉਹਦੇ ਉੱਤੇ ਬਰਾਊਨ ਬਰਾਊਨ ਸਪੋਟਸ ਕਰਨੇ ਸ਼ੁਰੂ ਕਰ ਦਿੰਦਾ, ਉਹਦੀ ਕਲੋਰੋਸਿਸ ਉਹਨੂੰ ਪੀਲਾ ਪਾਉਣਾ ਸ਼ੁਰੂ ਕਰ ਦਿੰਦਾ, ਜਿਹੜਾ ਹੈ ਇਹ ਇੱਦਾਂ ਦੀ ਪ੍ਰੋਬਲਮ ਦੇਖਣ ਨੂੰ ਮਿਲਦੀ ਹੈ, ਦੈਟ ਇਜ਼ ਕ੍ਰੇਸਕ ਇਨ ਰਾਈਸ ਡਿਊ ਟੂ ਐਗਜ਼ਾਂਥੋਮੋਨੋਜ਼ ਔਰਾਈਜ਼ਾ, ਦੈਟ ਇਜ਼ ਬੈਕਟੀਰੀਅਲ ਡਿਸੀਜ਼, ਓਕੇ। ਨੈਕਸਟ, ਹਰਟ ਰੋਟ ਆਫ ਸ਼ੂਗਰ ਬੀਟ। ਹਰਟ ਰੋਟ ਆਫ ਸ਼ੂਗਰ ਬੀਟ ਕਾਹਦੇ ਕਰਕੇ ਹੁੰਦੀ ਹੈ, ਇਹ ਡੈਫੀਸ਼ੀਐਂਸੀ ਫਿਜ਼ੀਓਲੋਜੀਕਲ ਡਿਸਆਰਡਰ ਹੈ। ਦਿਸ ਇਜ਼ ਡਿਊ ਟੂ ਦਾ ਡੈਫੀਸ਼ੀਐਂਸੀ ਆਫ ਬੋਰਨ। ਬੋਰਨ ਦੀ ਕਮੀ ਦੇ ਨਾਲ ਇਹ ਡਿਸੀਜ਼ ਹੁੰਦੀ ਹੈ, ਦੈਟ ਇਜ਼ ਹਰਟ ਰੋਟ ਆਫ ਸ਼ੂਗਰ ਕੇਨ। ਗੰਨੇ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਹਰਟ ਰੋਟ ਆਫ ਸ਼ੂਗਰ ਕੇਨ। ਸ਼ੂਗਰ ਕੇਨ ਜਿਹੜਾ ਗੰਨਾ ਹੁੰਦਾ ਅੰਦਰੋਂ ਬਿਲਕੁਲ ਰੋਟ ਕਰ ਦਿੰਦੇ ਆ, ਅੰਦਰੋਂ ਜਿਹੜਾ ਖਰਾਬ ਕਰ ਦਿੰਦੇ ਆ, ਅੰਦਰ ਜਿਹੜਾ ਹੈ ਇਹਦਾ ਲਾਰਵਾ ਇੰਜੈਕਟ ਹੋ ਜਾਂਦਾ, ਉਹਦੇ ਕਰਕੇ ਵੀ ਹੋ ਸਕਦੀ ਆ। ਮੇਨਲੀ ਇਹ ਜਿਹੜੀ ਹੈ ਡੈਫੀਸ਼ੀਐਂਸੀ ਆਫ ਬੋਰਨ ਕਰਕੇ ਹੁੰਦੀ ਹੈ। ਜੇ ਸੋਇਲ ਦੇ ਵਿੱਚ ਬੋਰਨ ਦੀ ਕਮੀ ਆ ਜਾਏ ਤਾਂ ਉਹਦਾ ਜਿਹੜਾ ਹੈ ਇਹ ਕਾਰਨ ਹੁੰਦਾ ਹੈ ਹਰਟ ਰੋਟ ਆਫ ਸ਼ੂਗਰ ਬੀਟ। ਨੈਕਸਟ, ਮੋਸਟ ਡੇਂਜਰਸ ਡਿਸੀਜ਼ ਆਫ ਪੋਟੈਟੋ। ਹਰ ਜਿਹੜਾ ਸ਼ੂਗਰ ਕੇਨ ਉਹਦੀਆਂ ਵੀ ਬੜੀਆਂ ਡਿਸੀਜ਼ਿਜ਼ ਹੈ, ਪੋਟੈਟੋ ਹੈ ਉਹਦੀਆਂ ਵੀ ਬਹੁਤ ਡਿਸੀਜ਼ਿਜ਼ ਹੈ, ਠੀਕ ਹੈ। ਸਭ ਤੋਂ ਡੇਂਜਰਸ ਕਿਹੜੀ ਹੈ, ਦੈਟ ਇਜ਼ ਲੇਟ ਬਲਾਈਟ ਆਫ ਪੋਟੈਟੋ। ਆਪਾਂ ਦੇਖੀ ਸੀ ਲੇਟ ਬਲਾਈਟ ਆਫ ਪੋਟੈਟੋ, ਉਹ ਕਾਹਦੇ ਕਰਕੇ ਹੁੰਦੀ ਆ, ਫਾਈਟੋਫਥੋਰਾ ਇਨਫੈਸਟੈਂਸ ਕਰਕੇ ਹੁੰਦੀ ਆ। ਐਂਡ ਜਿਹੜੀ ਹੈ ਸਭ ਤੋਂ ਡੇਂਜਰਸ ਡਿਸੀਜ਼ ਜਿਹੜਾ ਹੈ ਆਲੂ ਦੀ ਪੁੱਛੀ ਜਾਂਦੀ ਹੈ, ਦੈਟ ਇਜ਼ ਫਾਈਟੋਫਥੋਰਾ ਇਨਫੈਸਟੈਂਸ ਕਰਕੇ ਹੁੰਦੀ ਹੈ, ਦੈਟ ਇਜ਼ ਲੇਟ ਬਲਾਈਟ ਆਫ ਪੋਟੈਟੋ। ਨੈਕਸਟ, ਫਾਈਲੋਡੀ ਡਿਸੀਜ਼ ਹੈ ਪਲਾਂਟ ਦੇ ਵਿੱਚ, ਕਾਹਦੇ ਕਰਕੇ ਹੁੰਦੀ ਹੈ, ਮਾਈਕੋਪਲਾਜ਼ਮਾ। ਇੱਕ ਫਾਈਲੋਡੀ ਡਿਸੀਜ਼ ਆਮ ਹੀ ਦੇਖਣ ਨੂੰ ਮਿਲਦੀ ਹੈ, ਠੀਕ ਹੈ। ਬਹੁਤ ਸਾਰੇ ਬੂਟਿਆਂ ਨੂੰ ਪੈ ਜਾਂਦੀ ਹੈ, ਸੀਸਮ ਨੂੰ ਵੀ ਪੈ ਜਾਂਦੀ ਹੈ, ਤਿਲਾਂ ਤੁਲਾਂ ਨੂੰ, ਅਤੇ ਹੋਰ ਬਹੁਤ ਜਿਹੜਾ ਹੈ ਅਲੱਗ ਅਲੱਗ ਤਰੀਕੇ ਜਿਹੜੇ ਅਲੱਗ ਅਲੱਗ ਪਲਾਂਟਸ ਨੂੰ ਪੈਂਦੀ ਹੈ ਬਹੁਤ ਸਾਰੇ, ਠੀਕ ਹੈ। ਇਹ ਕਾਹਦੇ ਕਰਕੇ ਹੁੰਦੀ ਹੈ, ਮਾਈਕੋਪਲਾਜ਼ਮਾ। ਮਾਈਕੋਪਲਾਜ਼ਮਾ ਇਹਦਾ ਜਿਹੜਾ ਹੈ ਟਰਾਂਸਮਿਟਿੰਗ ਏਜੰਟ ਕਹਿ ਸਕਦੇ ਹਾਂ, ਇਨਫੈਕਟਿੰਗ ਮਾਈਕੋਪਲਾਜ਼ਮਾ। गाइज आई होप सबनों सैशन बहुत अच्छा लग रहा होगा। एवरीवन गॉट इट? एनी डाउट? नेक्स्ट, क्लब रॉट ऑफ कॉलीफ्लावर इज़ कोज्ड बाय। जो एक प्रॉब्लम है कॉलीफ्लावर दे विच क्लब रोट दी, ठीक है। ਉਹਦਾ ਜਿਹੜਾ ਇਹਦੇ ਵਿੱਚ ਜਿਹੜਾ ਹੁੰਦਾ ਕੌਲੀਫਲਾਵਰ ਹੈ ਹੁੰਦਾ ਉਹਦਾ ਬਿਲਕੁਲ ਸਹੀ ਨਹੀਂ ਬਣਦਾ, ਠੀਕ ਹੈ। ਹੋਰ ਹੀ ਤਰ੍ਹਾਂ ਦਾ ਜਿਹੜਾ ਫੁੱਲ ਹੁੰਦਾ ਗੋਭੀ ਦਾ ਉਹ ਬਣਦਾ, ਵਿੱਚੋਂ ਖਾਧਾ ਆ ਪ੍ਰੋਪਰ ਡੈਂਸ ਨਹੀਂ ਹੁੰਦਾ, ਔਰ ਉਹਦੇ ਪੱਤੇ ਪੀਲੇ ਹੋਣੇ ਸ਼ੁਰੂ ਹੋ ਜਾਂਦੇ ਇਹਦੇ ਵਿੱਚ। ਸੋ ਜਿਹੜਾ ਕਲੱਬ ਰੋਟ ਆਫ ਕੌਲੀਫਲਾਵਰ ਹੈ ਉਹ ਕਾਹਦੇ ਕਰਕੇ ਹੁੰਦਾ,
प्लाज्मोडियोस्पोरा ब्रासिका। प्लाज्मोडियोस्पोरा ब्रासिका करके जड़ा ये क्लब रोट ऑफ कॉलीफ्लावर जड़ा है आंदा, ठीक है, प्लाज्मोडियोस्पोरा ब्रासिका। नेक्स्ट, शीथ ब्लाइट ऑफ राइस इज कोज्ड बाय। जी शीत ब्लाइट हो जाती है, ब्लाइट का मतलब होंगे सड़ना, ठीक है, जो कोई बूटा है उदा राइस है लाइक उदा लीफ है वो सड़ना शुरू हो जाता, पूरा पैना शुरू हो जाता। तो इदा दी एक होंगे कि पूरा जो राइस का पत्ता होंगे वो पूरा हो जाता, सड़ जाता, ठीक है। एक आदि करके होंगे शीथ ब्लाइट ऑफ राइस, राइजोक्टोनिया सोलेनियाई। राइजोक्टोनिया सोलेनियाई करके एक शीथ ब्लाइट ऑफ राइस अकर हो जाती है, राइजोक्टोनिया सोलेनियाई। नेक्स्ट, वैक्टर ऑफ लीफ कर्ल डिसीज़ इन कॉटन। कॉटन दे विच एक डिसीज़ हुंदी आ, ठीक है, लीफ कर्ल डिसीज़, और उहदा वैक्टर किहड़ा हुंदा है, वैक्टर मतलब ट्रांसमिटिंग एजेंट किहड़ा है, किहदे थ्रू जिहड़ा है ये बीमारी फैलदी है, दैट इज़ वाइट फ्लाई। वाइट फ्लाई ट्रांसमिटिंग जिहड़ा एजेंट है वैक्टर है। याद रखना एक लीफ कर्ल डिसीज़ है कॉटन की। कॉटन दे विच हुंदी है पत्ता छोटे होने शुरू हो जाते हैं, थल्ले नूं जिहड़े मुड़ने शुरू हो जाते, करलिंग होनी शुरू हो जाती है, विल्टिंग हो जाती है, एंड उन्हां दा पत्ते बिल्कुल स्मॉल साइज़ के होने शुरू हो जाते हैं। तो ये कादे करके वाइट फ्लाई है जी बीमारी फैलाती है, दैट इज़ लीफ कर्ल डिसीज़ इन कॉटन। Okay guys, I hope you all got it very well. Any doubt guys? देखो आप ये डिसीज़ कर रहे हैं, ठीक है, कुछ डिसीज़ है, तो जिहड़ियां डिसीज़ है मैं तुहानूं पहलां ही दस्सिया कि इन्हां दे कोई अलग अलग हो गए, कोई वायरल है, कोई बैक्टीरियल है, कोई फंगल है, एंड कोई सानूं इंसैक्ट पेस्ट पैंदा। तो तुसीं बहुत ध्यान नाल, बहुत इंपॉर्टेंट है तुहाडे एग्जाम के पॉइंट ऑफ व्यू ना। अगर तुसीं एक बार सैशन देख लिया, तुहानूं PDF प्रोवाइड होणगियां, तुसीं लै सकदे हो, एंड प्रॉपर जिहड़ा है दुबारा आपां वीडियो भी गो थ्रू कर सकते हैं, ठीक है, क्योंकि एक क्वेश्चन दे विच मैं उहदे प्रॉपर सिम्पटम्स भी दस रही हाँ, हर इन्फॉर्मेशन तुहानूं मिल रही है, प्रॉपर एक्सप्लेन डिटेल वाइज। नेक्स्ट क्वेश्चन, ओरोबंचे इज़ आ पैरासाइट एसोसिएटेड विथ, ठीक है, ओरोबंचे एक इदां दा पैरासाइट है किहड़ी आपां कहने किहड़े क्रॉप दे नाल एसोसिएटेड है। देखो पैरासाइट इदां दे हुंदे आ, पैरासिटिक जिहड़े ऑर्गेनिजम्स हुंदे आ वो की हुंदे आ कि दूसरे प्लांट दे उत्ते पैरासिटिकली रहिंदे आ, ठीक है, उत्थे रहने शुरू कर जाते हैं। उहदे जिहड़े न्यूट्रेंट्स हुंदे आ सारे, पानी है, न्यूट्रेंट्स है, जो भी है, शेल्टर है, सारा उस बूटे तो लैना शुरू कर दिंदे आ। तो ओरोबंचे एक इदां दा पैरासाइट है, काहदे नाल एसोसिएटेड है, तंबाकू दे विच हुंदा, ठीक है, तंबाकू के बूटे तो पैरासिटिकली ये उत्थे रहिंदा ओरोबंचे, उत्थों न्यूट्रेंट्स वगैरह है, एंड जिहड़े भी पानी है, शेल्टर है, सारा कुछ उत्थों लैंदा। नेक्स्ट, एक्चुई डिसीज़ इज़ ड्यू टू। एक्चुई डिसीज़ कादे करके हुंदी है। देखो एक्चुई डिसीज़ मेनली ये राइस दे विच देखण नूं मिलदी है, क्योंकि राइस है उहदे विच सबमर्ज्ड कंडीशनस हुंदियां, ठीक है, वाटर लॉक्ड कंडीशनस आपां क्रिएट करते हैं सबमर्ज्ड, क्योंकि आपां पता है कि 25-30 दिन जिहड़ा पानी खड़ा पानी रखना हुंदा आपां कहने झोने दे विच, तो उहदे नाल सबमर्ज्ड कंडीशनस क्रिएट हो जांदी, उत्थे एनारोबिक कंडीशनस क्रिएट हो जांदियां, ठीक है, गैसिस वगैरह का एक्सचेंज नहीं हुंदा। तो हाइड्रोजन सल्फाइड जिहड़ी है आप कह सकते हैं सल्फर की टॉक्सिसिटी उत्थे हो जाती है। सल्फर की टॉक्सिसिटी दे नाल जिवें आ बूटा उत्थे जिथे उहदे रूट्स निकलने शुरू होंदियां ना, उन्होंने क्राउन स्टेज क्राउन कहते हैं, ठीक है, बूटे है तो उहदा जिथों रूट निकलने होंगे इत्थे क्राउन जड़ियाँ होंदियां, ये सारे उत्थे क्राउन वाली रूट्स होंदियां ना कालियां पैनियां शुरू हो जांदियां, ठीक है, क्योंकि उत्थे पानी खड़ा पानी है तो उहदियां जड़ियां थल्लों जड़ां होंदियां बिल्कुल कालियां हो जांदियां, ब्लैक हो जांदियां। तो ये इदां दी प्रॉब्लम हुंदी है, सल्फर की टॉक्सिसिटी करके प्रॉब्लम ये राइस दे विच मेनली देखने को मिलती है, दैट इज़ एक्चुई डिसीज़। ओके गाइज, नेक्स्ट, वाइट रस्ट ऑफ क्रूसीफेरी इज़ कोज्ड बाय। जो वाइट रस्ट ऑफ क्रूसीफेरी है वो कादे करके हुंदी है। क्रूसीफर्स किहड़े हुंदे आ, जिवें मस्टर्ड हो गया, सरों, ठीक है,
ਕੌਲੀਫਲਾਵਰ ਹੋ ਗਿਆ, ਕੈਬੇਜ ਹੋ ਗਿਆ, ਇਹ ਸਾਰੇ ਬਰੋਕਲੀ ਵਗੈਰਾ ਕਰੂਸੀਫਰਸ ਦੇ ਅੰਦਰ ਆਉਂਦੇ ਆ। ਇਹਨਾਂ ਦੇ ਵਿੱਚ ਇੱਕ ਪ੍ਰੋਬਲਮ ਦੇਖਣ ਨੂੰ ਮਿਲਦੀ ਹੈ, ਦੈਟ ਇਜ਼ ਵਾਈਟ ਰਸਟ। ਵਾਈਟ ਰਸਟ ਕੀ ਹੁੰਦੀ ਆ ਕਿ ਪੱਤੇ ਹੈ ਜਿਹੜੇ ਇਹਨਾਂ ਦੇ, ਪੱਤਿਆਂ ਦੇ ਉੱਪਰ ਵਾਈਟ ਪਾਊਡਰੀ ਮਾਸ ਜਾਂ ਆਪਾਂ ਨੂੰ ਦੇਖਣ ਨੂੰ ਮਿਲਦਾ, ਵਾਈਟ ਕਲਰ ਦਾ ਪਾਊਡਰ ਟਾਈਪ ਆਪਾਂ ਕਹਿੰਦੇ ਡਿੱਗਿਆ ਪਿਆ ਹੁੰਦਾ। ਤਾਂ ਵਾਈਟ ਰਸਟ ਦੀ ਪ੍ਰੋਬਲਮ ਹੁੰਦੀ ਹੈ। ਜਿੱਥੇ ਜਿੱਥੇ ਉਹ ਵਾਈਟ ਮਾਸ ਹੋਊਗਾ ਉੱਥੇ ਹੌਲੀ ਹੌਲੀ ਜਿਹੜੇ ਆ ਬਰਾਊਨ ਕਲਰ ਦੇ ਸਪੋਟਸ ਪੈਣੇ ਸ਼ੁਰੂ ਹੋ ਜਾਂਦੇ ਆ। ਠੀਕ ਹੈ, ਪੱਤੇ ਉੱਪਰ ਵਾਈਟ ਤੋਂ ਫਿਰ ਬਰਾਊਨ ਸਪੋਟਸ ਉੱਥੇ ਉੱਥੇ ਪੈ ਜਾਂਦੇ ਜਿੱਥੇ ਉਹ ਜਿਹੜਾ ਪਾਊਡਰੀ ਮਾਸ ਹੁੰਦਾ। ਦੈਟ ਇਜ਼ ਡਿਊ ਟੂ ਦਾ ਫੰਜਾਈ ਕਰਕੇ ਹੁੰਦਾ, ਦੈਟ ਇਜ਼ ਅਲਬਿਊਗੋ ਕੰਟਿਟਾ। ਠੀਕ ਹੈ, ਅਲਬਿਊਗੋ ਕੰਟਿਟਾ ਹੈ, ਇਹ ਇੱਦਾਂ ਦੀ ਫੰਜਾਈ ਹੈ ਜਿਹੜੀ ਵਾਈਟ ਰਸਟ ਆਫ ਕਰੂਸੀਫੈਰੀ ਕਰਦੀ ਹੈ। ਓਕੇ ਗਾਈਜ਼, ਦੈਟ ਇਜ਼ ਅਲਬਿਊਗੋ कैंडिडा। आई होप गाइज सब नूं सैशन बहुत अच्छा लग रहा होएगा एंड तुसीं मैक्सिमम इन्फॉर्मेशन अवेल करनी है। अगर कोई प्रॉब्लम आ रही है तुसीं सैशन दोबारा देख सकते हो, क्योंकि ये ओबीअसली ये डिसीज़ है, तुसीं इन्हां दा नाम भी नहीं सुनिया होगा, तुहानूं पता भी नहीं होगा, ना ही तुसीं बीमारी कदे देखी होनी। तो तुसीं प्रॉपर जिहड़ा आराम नाल देखना सैशन। ओके गाइज, दैट्स इट। इट्स अवर लास्ट क्वेश्चन। नैक्सट सैशन च आपां अपने फर्दर क्वेश्चनस डिस्कस करते हैं। सो ओके, अगर तुसीं मैक्सिमम इन्फॉर्मेशन लैना चाहते हो तो CBC एग्जाम गुरु साइट पर विजिट करो और मैक्सिमम इन्फॉर्मेशन लो। ओके, थैंक यू सो मच।